बड़ी वड्डी कॉन्ट्रोवर्सी रही गुटका साहब पकड़ के कैप्टन अमरिंदर ने कहा ਸੀ ਕਿ ਮੈਂ ਨਸ਼ੇ ਦੀ ਲੱਤ ਤੋੜਾਂਗਾ। ਤੁਸੀਂ ਮੰਨਦੇ ਹੋ ਕਿ ਨਸ਼ੇ ਦੀ ਲੱਤ ਤੋੜਾਂਗੇ? ਨਹੀਂ ਟੁੱਟੀ। ਜੇ ਚੋਣਾਂ ਇੰਨੀ ਕਰੀਬ ਨਾ ਹੁੰਦੀਆਂ ਇਹ ਆਵਾਜ਼ ਉਦੋਂ ਨਿਕਲ ਕੇ ਆਂਦੀ। ਅਸੀਂ ਲੋਕਾਂ ਨਾਲ ਇਨਸਾਫ ਕਰ ਰਹੇ ਹਾਂ ਕਿ ਉਸ ਵੇਲੇ ਡਰਾਮਾ ਕੀਤਾ ਸੀ ਜਾਂ ਅੱਜ ਕਰ ਰਹੇ ਹਾਂ। ਇਹ ਮੈਨੂੰ ਦੋ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਮੈਨੂੰ ਤਕਲੀਫ ਦੇ ਰਹੀਆਂ ਨੇ। 25-25 ਲੱਖ ਪਰ ਦਿਨ ਦਿੰਦੇ ਆ ਰਹੇ ਹੋ ਜੇ ਉਸ ਤੋਂ ਬਾਅਦ ਵੀ ਸਾਨੂੰ ਇੱਕ ਨਿਆਂ ਨਾ ਮਿਲੇ ਫਿਰ ਸਵਾਲ ਤਾਂ ਉੱਠਦੇ ਨੇ। ਸਾਡੇ ਮਨ 'ਚ ਡਰ ਜ਼ਰੂਰ ਪੈਦਾ ਹੋ ਗਿਆ ਕਿ ਲੋਕਾਂ ਦੇ ਕੋਲ ਕਿਸ ਮੂੰਹ ਨਾਲ ਜਾਵਾਂਗੇ। ਜੇ ਅਸੀਂ ਕਰਦੇ ਹਾਂ ਕੋਈ ਗੱਲ ਜਾਂ ਮੀਟਿੰਗ ਹੁੰਦੀ ਹੈ ਉਹਦੇ 'ਚ ਬਸ ਇਹੀ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਚੱਲਦੀ ਹੈ। ਇਹਨਾਂ ਨੂੰ ਫਨ ਪਾਰਟੀ ਕਿਹਾ ਗਿਆ ਹੈ। ਅੱਜ ਗੱਲ ਚੱਲ ਰਹੀ ਕਿ ਤੁਹਾਡਾ ਜਿਹੜਾ ਅਸਤੀਫਾ ਹੈ ਫਾੜਿਆ ਨਹੀਂ ਗਿਆ, ਸ਼ਾਇਦ ਐਕਸੈਪਟ ਵੀ ਹੋ ਜਾਏ। ਤਾਂ ਮੈਂ ਇਹਦਾ ਮਤਲਬ ਮੈਂ ਫਾੜਨ ਲਈ ਦਿੱਤਾ ਸੀ। ਜੇ ਐਸਆਈਟੀ ਜਿਹੜੀ ਕੁਮਾਰ ਵਿਜੇ ਪ੍ਰਤਾਪ ਕੋਲ ਸੀ ਉਹਦੇ ਵਿੱਚ ਦੂਸਰੇ ਚਲਾਨ ਦੀ ਇੰਨਾ ਇੰਤਜ਼ਾਰ ਕਿਉਂ ਕੀਤਾ ਗਿਆ? ਉਹਦੇ ਵਿੱਚੋਂ ਛੋਟੀਆਂ ਗਲਤੀਆਂ ਲੱਭੀਆਂ ਗਈਆਂ, ਲੂਪ ਹੋਲਸ। ਉਹ ਲੂਪ ਹੋਲਸ ਕਿਉਂ ਛੱਡੇ ਗਏ? ਇੱਕ ਆਈਜੀ ਪੱਧਰ ਦਾ ਇਨਸਾਨ ਹੋਵੇ ਨਾਲ ਪੂਰਾ ਏਜੀ ਦਾ ਆਫਿਸ ਹੋਏ ਤੇ ਉਹਨਾਂ ਨੂੰ ਨਹੀਂ ਪਤਾ ਕਿ ਐਫਆਈਆਰ ਉਹਨੂੰ ਕੰਟੀਨਿਊਸ਼ਨ 'ਚ ਪਾਉਣਾ ਕਿ ਨਵੀਂ ਐਫਆਈਆਰ ਪਾਉਣੀ ਹੈ। ਰਿਪੋਰਟ ਜਿਹੜੀ ਚਟੋਪਾਧਿਆਏ ਦੀ ਹੈ ਉਹਦੇ ਵਿੱਚ ਰਾਜੀਤ ਸਿੰਘ ਔਰ ਕੇਂਦਰਜੀਤ ਦੀ ਜਿਹੜੀ ਹਾਈ ਕੋਰਟ ਵੱਲੋਂ ਇਨਕੁਆਇਰੀ ਮਨਜ਼ੂਰ ਉਹ ਵੀ ਸੀਲ ਕਵਰ ਜਿਹੜਾ ਉੱਥੇ ਪਿਆ ਤੇ ਉਹ ਵੀ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਕਿ ਨਸ਼ਾ ਜਿਹੜਾ ਨੈਕਸਸ ਸੀਗਾ ਉਹ ਨੈਕਸਸ ਟੁੱਟਾ ਕਿ ਨਹੀਂ ਟੁੱਟਾ। ਜਿਹੜੀ 6000 ਕਰੋੜ ਦੀ ਭੋਲੇ ਦੀ ਉਸ ਵੇਲੇ ਦੀ ਡਰੱਗ ਜਿਹੜੀ ਕਹਿੰਦੇ ਕਿ ਅਸੈਂਬਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ। ਪਰ ਉਹਦਾ ਨਾਂ ਪਤਾ ਨਹੀਂ ਕੀ ਹੈ, ਭੋਲਾ ਕੋਈ ਡੀਐਸਪੀ, ਉਹਨੂੰ ਅਸੀਂ ਫੜਿਆ ਤੇ 6000 ਕਰੋੜ ਦੀ ਅਸੀਂ ਡਰੱਗ ਫੜੀ ਹੈ। ਉਹ ਡਰੱਗ ਕਿੱਥੇ ਗਈ? ਉਹ 6000 ਕਰੋੜ ਕਿੱਥੇ ਗਿਆ? ਉਹਦੇ 'ਚ ਬਿਕਰਮ ਮਜੀਠੀਆ ਨੂੰ ਕਲੀਨ ਚਿੱਟ ਮਿਲੀ ਹੋਵੇ ਤੇ ਪਰ ਲੋਕਾਂ ਦੇ ਸਾਹਮਣੇ ਤੇ ਆਉਣਾ ਚਾਹੀਦਾ। ਉਹ ਵੀ ਜੇ ਬੈਠਾ ਹੈ ਇਸ ਵੇਲੇ ਕਿ ਮੇਰੇ ਤੇ ਪਤਾ ਨਹੀਂ ਕੀ ਅੰਦਰੋਂ ਨਿਕਲ ਆਉਣਾ ਤੇ ਸਾਨੂੰ ਵੀ ਪਤਾ ਨਹੀਂ ਕਿ ਅੰਦਰ ਕੀ ਨਿਕਲਣਾ, ਤੇ ਉਹ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਕਿ ਉਹ ਪਾਕ ਸਾਫ਼ ਆ, ਉਹਨੂੰ ਕਲੀਨ ਚਿੱਟ ਮਿਲਣੀ ਚਾਹੀਦੀ। ਉਹਦੇ ਤੇ ਉਹਦਾ ਪਰਿਵਾਰ ਵੀ ਦੁਖੀ ਨਹੀਂ ਹੋਣਾ ਚਾਹੀਦਾ। ਦੂਜੇ ਨਵਜੋਤ ਸਿੰਘ ਸਿੱਧੂ ਤੇ ਇਨਕੁਆਇਰੀ ਕੱਢੀ ਗਈ ਹੈ ਔਰ ਨਵਜੋਤ ਸਿੰਘ ਸਿੱਧੂ ਕਾਫੀ ਵੋਕਲ ਹੋ ਕੇ ਕੁਝ ਚੀਜ਼ਾਂ ਕਹਿੰਦੇ ਪਏ ਨੇ, ਖਾਸ ਕਰਕੇ ਬਰਗਾੜੀ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਕਰ ਲਓ ਜੋ ਕਰਨਾ। ਸੋ ਅੰਦਰ ਹੋ ਕੀ ਰਿਹਾ ਕਿ ਕੈਬਨਿਟ ਦੀ ਜਿਵੇਂ ਅਸੀਂ ਕਹਿੰਦੇ ਸੀ ਕਿ ਵੀ ਸੈਂਟਰ ਜਾਂ ਕਿੰਨੇ ਫਾਈਲਾਂ ਰੱਖਦੀ ਹੈ ਕਿ ਜਿਹੜਾ ਮੰਤਰੀ ਆਊਟ ਆਫ ਲਾਈਨ ਹੈ ਉਹਨੂੰ ਫਟਾਫਟ, ਜਿਹੜਾ ਬੰਦਾ ਆਊਟ ਆਫ ਲਾਈਨ ਹੋ ਈਡੀ ਤੋਂ। ਪੰਜਾਬ ਦੀ ਸਿਆਸਤ ਹਮੇਸ਼ਾ ਹੀ ਇੱਕ ਦੂਜੇ ਦੇ ਵਿਰੋਧ ਕਰਦੀ ਹੈ, ਭੱਖੀ ਰਹਿੰਦੀ ਹੈ, ਪਰ ਅੱਜ ਪੰਜਾਬ ਕਾਂਗਰਸ ਕੈਬਨਿਟ ਵਿੱਚ ਅਸੀਂ ਦੇਖ ਰਹੇ ਹਾਂ ਕਿ ਕੁਝ ਇਹੋ ਜਿਹੀਆਂ ਦਰਾਰਾਂ ਪੈ ਰਹੀਆਂ ਜੋ ਹੁਣ ਜੁੜਨ ਵਾਲੀਆਂ ਨਹੀਂ ਲੱਗਦੀਆਂ। ਪੰਜਾਬ ਦੇ ਇੱਕ ਬੜੇ ਦਬੰਗ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਜੋ ਹਮੇਸ਼ਾ ਹਰ ਮੁੱਦੇ ਤੇ ਅੱਗੇ ਰਹੇ ਨੇ ਔਰ ਜਿਨ੍ਹਾਂ ਨੇ ਬਰਗਾੜੀ ਵਰਗੇ ਮੁੱਦੇ ਤੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਸੀ। ਉਹਨਾਂ ਦੇ ਕਹਿਣ ਤੇ ਮੋਰਚਾ ਵੀ ਉੱਠਿਆ ਸੀ। ਅੱਜ ਉਹ ਕੁਝ ਕਹਿੰਦੇ ਵੀ ਨੇ ਤੇ ਚੁੱਪ ਵੀ ਧਾਰੀ ਕਰ ਲੈਂਦੇ ਨੇ ਤੇ ਅੱਜ ਉਹ ਸਾਡੇ ਨਾਲ ਜੁੜੇ ਨੇ ਕੁਝ ਅਹਿਮ ਮਸਲਿਆਂ ਤੇ ਗੱਲ ਕਰਨ ਲਈ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ। ਸਰ, ਲੋਕਾਂ ਦਾ ਹਮੇਸ਼ਾ ਤੁਹਾਡੀ ਗੱਲ ਤੇ ਵਿਸ਼ਵਾਸ ਰਿਹਾ ਹੈਗਾ। ਤੁਹਾਨੂੰ ਭਾਵੇਂ ਉਹ ਕਹਿੰਦੇ ਤੁਸੀਂ ਪੱਗ ਚਿੱਟੀ ਹੈ ਕਾਂਗਰਸ ਦੀ, ਬਟ ਮੰਨਦੇ ਨੇ ਦਿਲ ਨੀਲਾ ਹੈਗਾ, ਕਿੱਥੇ ਉਹ ਪੰਥਕ ਦਿਲ ਹੈਗਾ। ਜਦ ਇਹੋ ਜਿਹਾ ਮੁੱਦਾ ਉੱਠ ਕੇ ਆਉਂਦਾ ਹੈ ਜਿਸ ਤਰ੍ਹਾਂ ਅੱਜ ਇੱਕ ਬਰਗਾੜੀ ਦੇ ਮੁੱਦੇ ਤੇ ਪੂਰਾ ਪੰਜਾਬ ਵੀ ਨਿਰਾਸ਼ ਹੈ, ਆਈ ਥਿੰਕ ਸਰਕਾਰ ਦੇ ਅੰਦਰ ਵੀ ਬਹੁਤ ਹਲਚਲ ਹੋਈ ਹੈ, ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈਗਾ ਕਿ ਕਿੱਥੇ ਗਲਤੀਆਂ ਹੋਈਆਂ, ਕਿੱਥੇ ਕਮਜ਼ੋਰੀਆਂ ਰਹਿ ਗਈਆਂ? ਪਹਿਲੀ ਗੱਲ ਤਾਂ ਜਿਹੜਾ ਤੁਸੀਂ ਮੈਨੂੰ ਕਿਹਾ ਤੇ ਧੰਨਵਾਦ ਕਿ ਥੈਂਕ ਯੂ ਕਿ ਲੋਕ ਜਿਹੜੇ ਇਹ ਗੱਲ ਜੇ ਕਹਿੰਦੇ ਕਿ ਪੋਲੀਟੀਸ਼ੀਅਨ ਦੇ ਅੱਜ ਦੇ ਜ਼ਮਾਨੇ 'ਚ ਜੇ ਪੋਲੀਟੀਸ਼ੀਅਨ ਬਾਰੇ ਇਹ ਕਿਹਾ ਜਾਏ ਕਿ ਉਹਦੀ ਗੱਲ 'ਤੇ ਕੋਈ ਵਿਸ਼ਵਾਸ ਹੈ, ਮੈਂ ਤਾਂ ਉਸ ਅਕਾਲ ਪੁਰਖ ਦਾ ਹੀ ਸ਼ੁਕਰਾਨਾ ਕਰੂੰਗਾ ਕਿ ਜਦੋਂ ਪੋਲੀਟੀਸ਼ੀਅਨਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਤੇ ਉੱਥੇ ਸਾਡੇ ਵਰਗਿਆਂ ਨੂੰ ਕਿਤੇ ਕਿਸੇ ਲਾਈਨ 'ਚ ਥੋੜ੍ਹਾ ਬਹੁਤਾ ਰੱਖਿਆ। ਵੇਖੋ, ਜਿਹੜੀ ਬਰਗਾੜੀ ਦਾ ਜਿਹੜਾ ਐਪੀਸੋਡ ਹੋਇਆ, ਬੇਅਦਬੀ ਦਾ ਕਾਂਡ ਹੋਇਆ 2015 'ਚ, ਤੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ 'ਚ ਰੋਸ ਸੀਗਾ। ਉਸ ਰੋਸ ਦੇ ਵਿੱਚ ਅਸੀਂ ਵੀ ਸ਼ਾਮਲ ਸੀਗੇ। ਚਾਹੇ ਅਕਾਲੀ ਦਲ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹ ਕਹਿ ਦਿੰਦੇ ਆ ਜੀ ਬੇਸ਼ੱਕ ਅਸੀਂ ਸਿੱਖ ਹਾਂ, ਫਿਰ ਕਹਿੰਦੇ ਇਹ ਤਾਂ ਜੀ ਕਾਂਗਰਸੀ ਨੇ। ਤੇ ਅਸੀਂ ਪਿੱਛੇ ਰਹਿ ਕੇ ਵੀ ਆਪਣੇ ਗੁਰੂ ਲਈ ਅਰਦਾਸਾਂ ਕਰਦੇ ਰਹੇ ਕਿ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਆ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇ। ਉਹਨਾਂ ਦੀ ਗਵਰਨਮੈਂਟ ਆਈ, ਉਹਨਾਂ ਨੇ ਆਪਣਾ ਡੀਜੀਪੀ ਵੀ ਹਟਾਇਆ, ਉਹਨਾਂ ਨੇ ਬਹੁਤ ਕੁਝ ਕੀਤਾ, ਪਰ ਲੋਕਾਂ ਦੇ ਮਨ 'ਚ ਰੋਸ ਜਿਹੜਾ ਸੀ
ਉਹ ਨਹੀਂ ਹਟਿਆ। 40-45 ਦਿਨ 50 ਦਿਨ ਉਹਨਾਂ ਨੂੰ ਬਾਦਲਾਂ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਘਰਾਂ 'ਚ ਹੀ ਬੰਦ ਕਰ ਦਿੱਤਾ ਲੋਕਾਂ ਨੇ। ਤੇ ਜੇ ਸੁਖਬੀਰ ਸਿੰਘ ਬਾਦਲ ਕਿਤੇ ਗਿਆ ਵੀ ਤੇ ਸਕੂਲ ਦੀ ਕੰਧ ਤੋੜ ਕੇ ਤੇ ਉੱਥੋਂ ਨਿਕਲ ਕੇ ਭੱਜਿਆ। ਦੇਖੋ ਜੇ ਆਪਾਂ ਜੇ ਪੁਰਾਣੀ ਹਿਸਟਰੀ ਵੇਖੀਏ, ਜਿਸ ਆਦਮੀ ਨੇ ਵੀ ਗੁਰੂ ਨਾਲ ਧੋਖਾ ਕੀਤਾ ਤੇ ਗੁਰੂ ਨੇ ਆਪ ਬੋਲ ਕੇ ਤੇ ਨਹੀਂ ਕਹਿਣਾ, ਪਰ ਕਿਤੇ ਨਾ ਕਿਤੇ ਸਾਡੇ ਮਨ 'ਚ ਉਹ ਚੀਜ਼ ਡਰ ਉਹ ਪੈ ਜ਼ਰੂਰ ਰਹਿੰਦਾ ਕਿ ਅਸੀਂ ਆਪਣੇ ਗੁਰੂ ਨਾਲ ਜੋ ਵਾਅਦਾ ਕੀਤਾ ਉਹ ਪੂਰਾ ਕਰ ਰਹੇ ਕਿ ਗੁਰੂ ਵੱਲੋਂ ਬੇਮੁਖ ਹੋ ਰਹੇ ਕਿ ਉਹਦੇ ਨਾਲ ਧੋਖਾ ਕਰ ਰਹੇ ਹਾਂ। ਅਸੀਂ ਆਪਣੇ ਆਪ ਨਾਲ ਧੋਖਾ ਕਰ ਸਕਦੇ, ਉਹਦੇ ਨਾਲ ਧੋਖਾ ਨਹੀਂ ਕਰ ਸਕਦੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਵਰਕਰਾਂ ਦੇ ਮਨ 'ਚ ਵੀ ਨੇ, ਸਾਡੇ ਮਨ 'ਚ ਵੀ ਨੇ, ਤੇ ਸਾਨੂੰ ਡਰ ਵੀ ਲੱਗਦਾ ਕਿ ਅਸੀਂ ਜੋ ਸਟੇਜਾਂ 'ਤੇ ਬੋਲਦੇ ਰਹੇ ਹਾਂ ਜਾਂ ਵਿਧਾਨ ਸਭਾ ਦੇ ਵਿੱਚ ਤੁਸੀਂ ਸਾਰਿਆਂ ਦੇਖਿਆ, ਸੁਨੀਲ ਜਾਖੜ, ਮੈਂ ਜਾਂ ਹੋਰ ਜਿਹੜੇ ਲੀਡਰ ਸੀਗੇ, ਚੰਨੀ ਸਾਹਿਬ ਸੀਗੇ, ਉੱਧਰ ਸਾਡੇ ਤਰਲੋਚਨ ਸੂਡ ਹੁੰਦੇ ਸੀਗੇ, ਉਹਨਾਂ ਨੂੰ ਬਾਅਦ 'ਚ ਟਿਕਟ ਨਹੀਂ ਕਾਂਗਰਸ ਨੇ ਦਿੱਤੀ, ਨਾਗਰਾ ਕੁਲਜੀਤ ਸਿੰਘ ਨਾਗਰਾ, ਇਹਨਾਂ ਬੰਦਿਆਂ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਨਸ਼ੇ ਔਰ ਬੜਗਾੜੀ ਦੇ ਇਸ਼ੂ ਦੇ ਉੱਪਰ ਜਿਹੜੀ ਆ ਡਿਬੇਟ ਕਰਦੇ ਰਹੇ ਤੇ ਬੜੀ ਵਾਕਆਊਟ ਕਰਨਾ, ਸਾਨੂੰ ਉਹਨਾਂ ਨੇ ਸੈਸ਼ਨ 'ਚੋਂ ਬਾਹਰ ਚੁੱਕ ਕੇ ਸੁੱਟਦੇ ਰਹੇ। ਦੋ ਮੁੱਦੇ ਬਹੁਤ ਜ਼ਰੂਰੀ ਹੈ, ਇੱਕ ਨਸਲ ਨੂੰ ਖਤਮ ਕਰਦਾ ਤੇ ਇੱਕ ਰੂਹ ਨੂੰ ਜੋੜ ਦਿੰਦਾ, ਦੋਨੋਂ ਹੀ ਤੇ ਦੋ ਜਿਹੜੇ ਹੈਗੇ ਨੇ। ਤੇ ਉਹ ਜਦੋਂ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਅਸੀਂ 3-4 ਦਿਨ ਵਿਧਾਨ ਸਭਾ ਦੇ ਵਿੱਚ ਸੁੱਤੇ ਹਾਂ ਔਰ ਉਹਨਾਂ ਨੇ ਏਸੀ ਵੀ ਬੰਦ ਕਰ ਦਿੱਤੇ, ਤੇ ਉਹ ਜਦੋਂ ਅਜੇ ਵੀ ਜਾਗ ਖੁੱਲਦੀ ਹੈ ਤਾਂ ਉਦੋਂ ਕਹਿੰਦੇ ਕਿ ਅਸੀਂ ਲੋਕਾਂ ਨਾਲ ਇਨਸਾਫ ਕਰ ਰਹੇ ਹਾਂ ਕਿ ਉਸ ਵੇਲੇ ਡਰਾਮਾ ਕੀਤਾ ਸੀ ਜਾਂ ਅੱਜ ਕਰ ਰਹੇ ਹਾਂ। ਇਹ ਮੈਨੂੰ ਦੋ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਮੈਨੂੰ ਤਕਲੀਫ ਦੇ ਰਹੀਆਂ ਨੇ। ਸਰ ਇੱਥੇ ਮੈਨੂੰ ਵੀ ਆਉਂਦਾ ਕਿ ਜੇ ਸਪੋਜ਼ ਅੱਜ ਜੋ ਅਸੀਂ ਦੇਖ ਰਹੇ ਹਾਂ, ਤੁਸੀਂ ਆਵਾਜ਼ ਕੱਢ ਰਹੇ ਹੋ, ਤੁਹਾਡੇ ਨਾਲ ਕਾਫੀ ਲੋਕ ਹੋਰ ਜੁੜੇ ਨੇ, ਜੇ ਚੋਣਾਂ ਇੰਨੀ ਕਰੀਬ ਨਾ ਹੁੰਦੀਆਂ ਇਹ ਆਵਾਜ਼ ਉਦੋਂ ਨਿਕਲ ਕੇ ਆਉਂਦੀ? ਇਹ ਮੇਰੇ ਖਿਆਲ ਨਿਬਰਾ ਜੀ ਤੁਹਾਨੂੰ ਪਤਾ ਹੋਣਾ ਕਿ ਇਹ ਆਵਾਜ਼ ਮੇਰੀ ਹਮੇਸ਼ਾ ਹੀ ਨਿਕਲੀ ਆ, ਵਿਧਾਨ ਸਭਾ 'ਚ ਵੀ ਨਿਕਲਦੀ ਰਹੀ ਹੈ, ਤੁਸੀਂ ਸੁਣਦੇ ਵੀ ਰਹੇ ਹੋ, ਔਰ ਹਰ ਸੈਸ਼ਨ ਦੇ ਵਿੱਚ ਮੇਰੀ ਇਹ ਆਵਾਜ਼ ਉੱਠੀ ਹੈ। ਮੈਂ ਠੀਕ ਹੈ ਕਿ ਲਾਲਚੀ ਵੀ ਹੋ ਸਕਦਾ, ਪਰ ਮੈਂ ਗੁਰੂ ਦੇ ਨਾਲ ਧੋਖਾ ਨਹੀਂ ਕਰ ਸਕਦਾ। ਇਹ ਮੇਰਾ ਨਹੀਂ, ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਮੇਰੇ ਪਿਤਾ ਜੀ, ਮੇਰੇ ਗ੍ਰੈਂਡਫਾਦਰ, ਹੁਣ ਜਿਹੜੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਸਮਝਦੇ ਸੀਗੇ, ਤੇ ਉਹਨਾਂ ਦੇ ਪੂਰਨ ਚੱਲਦਿਆਂ ਅੱਜ ਵੀ ਮੈਨੂੰ ਇਹ ਹੈਗਾ ਕਿ ਜੇ ਗੁਰੂ ਆ ਤੇ ਮੈਂ ਹੈਗਾ, ਜੇ ਉਹ ਨਹੀਂ ਤੇ ਮੈਂ ਕੁਛ ਵੀ ਨਹੀਂ। ਸਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹੈ, ਤੁਸੀਂ ਅਸਤੀਫਾ ਵੀ ਦੇ ਆਏ ਹੋ, ਕੀ ਉਹ ਅਸਤੀਫਾ ਕਬੂਲਣ ਵੱਲ ਹੋਣ ਜਾ ਰਹੇ? ਕਿਉਂਕਿ ਹੁਣ ਸਿਆਸੀ ਜਿਹੜੀ ਗੌਸਿਪ ਜੋ ਚੱਲ ਰਹੀ ਹੈਗੀ ਉਹਦੇ ਵਿੱਚੋਂ ਇਹ ਗੱਲਾਂ ਨਿਕਲ ਕੇ ਆ ਰਹੀਆਂ, ਇਹਨਾਂ ਦਾ ਕੀ ਅਸੀਂ ਮਤਲਬ ਕੱਢੀਏ? ਦੇਖੋ ਜਿਹੜਾ ਰਿਜ਼ਾਈਨ ਕਰਨਾ, ਮੈਂ ਠੀਕ ਹੈ, ਮੈਂ ਰਿਜ਼ਾਈਨ ਕੀਤਾ ਸੀ, ਸੀਐਮ ਸਾਹਿਬ ਨੇ ਵੀ ਕਿਹਾ ਕਿ ਰਿਜ਼ਾਈਨ ਕਰਕੇ ਗਿਆ ਤੇ ਮੈਂ ਇਹਦਾ ਰਿਜ਼ਾਈਨ ਫਾੜ ਦਿੱਤਾ। ਜਿਹੜਾ ਰਿਜ਼ਾਈਨ ਦਿੱਤਾ ਜਾਂਦਾ ਉਹ ਡਰਾਮਾ ਨਹੀਂ ਹੁੰਦਾ। ਵੇਖੋ ਮੇਰੇ ਤੇ ਜੋ ਉਹਨਾਂ ਨੇ ਕਿਹਾ, ਮੇਰੇ ਮਨ ਨੂੰ ਠੇਸ ਲੱਗੀ ਕਿ ਮੈਂ ਬੋਲ ਵੀ ਨਹੀਂ ਸੀ ਸਕਦਾ, ਜੇ ਮੈਂ ਗੱਲ ਨਹੀਂ ਕਰ ਸਕਦਾ, ਜੇ ਮੈਂ ਆਪਣੀ ਗਵਰਨਮੈਂਟ ਦੇ ਚੰਗੇ ਕੰਮਾਂ ਲਈ ਮੈਂ ਲੋਕਾਂ ਉਹਦੀ ਤਾਰੀਫ ਕਰ ਸਕਦਾ, ਤੇ ਜਿੱਥੇ ਅਸੀਂ ਗਲਤ ਹਾਂ ਮੈਂ ਉੱਥੇ ਇਹ ਵੀ ਐਕਸੈਪਟ ਕਰੂੰਗਾ ਕਿ ਸਾਡੀ ਗਵਰਨਮੈਂਟ ਕੋਲ ਇਹ ਕੰਮ ਨਹੀਂ ਹੋ ਰਹੇ। ਤੇ ਜੇ ਉਹੀ ਰਟੇ ਤੋਤੇ ਵਾਂਗੂ ਬੋਲੀ ਜਾਣਾ ਤੇ ਲੋਕਾਂ ਦੇ ਉੱਤੇ ਜੋ ਅਸੀਂ ਮੈਨੀਫੈਸਟੋ ਜਾਂ ਲੋਕਾਂ ਨਾਲ ਵਾਅਦੇ ਕੀਤੇ ਆ, ਜਿਹੜੇ ਅਸੀਂ ਪੂਰੇ ਕੀਤੇ ਆ, ਠੋਕੇ ਕਿਹਾ ਕਿ ਪੂਰੇ ਕੀਤਾ। ਉਹਦੇ 'ਚ ਮੈਂ ਇਹ ਵੀ ਕਿਹਾ, ਜਿਹੜੀ ਇੱਕ ਦਿਨ ਪਹਿਲਾਂ ਮੇਰੀ ਸਟੇਟਮੈਂਟ ਆਈ ਆ ਜਿਹਦੇ ਤੋਂ ਮੇਰੇ ਨਾਲ ਸੀਐਮ ਸਾਹਿਬ ਨਾਰਾਜ਼ ਹੋਏ, ਤੇ ਮੈਂ ਉਹਦੇ 'ਚ ਇਹ ਵੀ ਕਿਹਾ ਕਿ ਅਸੀਂ ਬਰਗਾੜੀ ਵਾਲਾ ਜਿਹੜਾ ਇਸ਼ੂ ਆ ਉਹ ਸੁਪਰੀਮ ਕੋਰਟ 'ਚੋਂ ਲੜਾਈ ਲੜ ਕੇ ਸਾਰੇ ਕੁਝ ਕਰਕੇ ਤੇ CBI ਦੀ ਜਿਹੜੀ ਇਨਕੁਆਇਰੀ ਹੈ ਪੰਜਾਬ ਗਵਰਨਮੈਂਟ ਕੋਲੋਂ ਲੈ ਕੇ ਆਏ ਹਾਂ, ਔਰ ਉਹਦੇ 'ਤੇ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਾਂ। ਉਹਦੇ 'ਚ ਜਿਹੜੇ ਉਹਨਾਂ ਦੇ ਉੱਥੋਂ ਦੇ ਜਿਹੜੇ ਇਹਨਾਂ ਦੇ ਪ੍ਰੇਮੀ ਜਿਹੜੇ ਫੜੇ ਗਏ ਨੇ, ਉਹਨਾਂ ਨੂੰ ਫੜੇ, ਜਿਹੜੇ ਪ੍ਰੇਮੀ ਨੇ 9 ਆਦਮੀ ਜਿਹੜੇ ਫੜੇ ਆ ਉਹ ਜੇਲ੍ਹਾਂ 'ਚ ਬੰਦ ਹੈ, ਬਾਅਦ 'ਚ ਉਹਨਾਂ ਦੀਆਂ ਜ਼ਮਾਨਤ ਹੋਈਆਂ। 295 ਦੇ ਕੇਸ ਦੇ ਵਿੱਚ ਜਿਹੜੀ ਆ ਉਹ ਬਹੁਤ ਦੇਰ ਨਹੀਂ ਜੇਲ੍ਹਾਂ 'ਚ ਰੱਖ ਸਕਦੇ, ਉਹਨਾਂ ਦੀ ਅਦਾਲਤਾਂ ਨੇ ਜ਼ਮਾਨਤਾਂ ਕੀਤੀਆਂ। ਪਰ ਉਹਦੇ 'ਚ ਨਾਲ ਦੀ ਨਾਲ ਇਹ ਵੀ ਚਾਹੀਦਾ ਸੀ ਕਿ ਸਾਨੂੰ ਜਿਸ ਵੇਲੇ ਇੰਨਾ ਚਿਰ ਦੇ ਕੇਸ ਚੱਲ ਰਿਹਾ, ਇਹ ਫਾਸਟ ਟਰੈਕ 'ਚ ਕੇਸ ਜਾ ਕੇ ਹੁਣ ਤੱਕ ਖਤਮ ਹੋ ਜਾਣੇ ਚਾਹੀਦੇ ਸੀ। ਅਕਾਲੀ ਦਲ ਵਿੱਚ ਅੱਜ ਬੜਾ ਜੋਸ਼ ਆਇਆ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਜੋ ਕਾਂਗਰਸ ਦੀ ਚਾਲ ਸੀ ਉਹਨਾਂ ਤੇ ਇਲਜ਼ਾਮ ਲਾਉਣ ਦੀ, ਉਹਨਾਂ ਦਾ ਕਹਿਣਾ ਹੈ ਕਿ ਵੀ, ਔਰ ਉਹਨਾਂ ਨੇ ਪ੍ਰੈਸ ਕਟਿੰਗਸ ਵੀ ਕੱਢ ਕੇ ਸਾਹਮਣੇ ਕੱਢਤੀਆਂ ਉਸ ਟਾਈਮ ਦੀਆਂ, ਕਿ ਜਦ ਕੈਪਟਨ ਅਮਰਿੰਦਰ ਔਰ ਹੋਰ ਲੋਕਾਂ ਨੇ ਆਪ ਮੰਗਿਆ ਸੀ ਕਿ ਇਹਨੂੰ, ਜਦ ਅਕਾਲੀ ਸਰਕਾਰ ਸੀ, ਕਿ ਇਹਨੂੰ CBI ਨੂੰ ਦੇਣਾ ਚਾਹੀਦਾ। ਸੋ CBI ਨੂੰ ਭੇਜਣਾ ਇੱਥੋਂ ਦਾ ਦਬਾਅ ਸੀ। ਉਹ ਕਹਿੰਦੇ ਜੇ CBI ਨਾ ਭੇਜਿਆ ਹੁੰਦਾ ਤੇ ਇੱਥੇ ਸੋਲਵ ਹੋ ਗਿਆ ਹੁੰਦਾ। ਫਿਰ ਉਹਨਾਂ ਦਾ ਇਹ ਕਹਿਣਾ ਕਿ ਮੌੜ ਮੰਡੀ ਕੇਸ ਵਿੱਚ ਜਿਹੜੀ ਚਾਰਜ ਸ਼ੀਟ ਹੈ ਉਹ ਫਾਈਲ ਹੋ ਕੇ ਚਲਾਨ ਹੋ ਕੇ ਬੰਦਾ ਅਰੈਸਟ ਨਹੀਂ ਹੋਇਆ। ਜਿਹੜੇ ਵੀ ਪ੍ਰੇਮੀ ਬਿੱਟੂ ਤੋਂ ਲੈ ਕੇ ਫੜੇ ਗਏ ਨੇ ਉਹਨਾਂ ਦਾ ਜੇਲ੍ਹਾਂ ਵਿੱਚ ਕਤਲ ਹੋ ਗਿਆ ਹੈਗਾ। ਸੋ ਦੇ ਸੇਇੰਗ ਕਿ ਇਹ ਸਾਜ਼ਿਸ਼ ਸੀ, ਇਹ ਪੋਲੀਟੀਕਲ ਸਾਜ਼ਿਸ਼ ਸੀ, ਸਿਰਫ ਇੱਕ ਸਿਆਸੀ ਚਾਲ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ।
ਪਹਿਲੀ ਗੱਲ ਤੇ ਮੇਰਾ ਖਿਆਲ ਹੈ ਕਿ ਇਸ ਚੀਜ਼ ਤੇ ਜਿਹੜਾ ਤੁਸੀਂ ਕਿਹਾ ਕਿ ਖੁਸ਼ੀ ਮਨਾ ਰਹੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਗੁਰੂ ਦੀ ਬੇਅਦਬੀ ਹੋਵੇ ਤੇ ਉਹ ਭੰਗੜਾ ਪਾਉਂਦੇ ਫਿਰਨ ਤੇ ਜਾਂ ਬੋਲਦੇ ਫਿਰਨ, ਤੇ ਇਸੇ ਕਰਕੇ ਤੇ ਉਹ ਇੱਕ ਉੱਥੇ ਤੱਕ ਪਹੁੰਚ ਗਏ ਨੇ। ਤੇ ਅੱਜ ਜੋ ਉਹਨਾਂ ਦੇ ਹਾਲਾਤ ਨੇ ਜਾਂ ਜਿਹੜੀਆਂ ਗੱਲਾਂ ਕਰ ਰਹੇ ਨੇ ਉਹਦੇ 'ਚ ਇਹਦੇ ਸਾਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਇਹਦੇ 'ਚ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਸਿਰ ਤੋਂ ਇਲਜ਼ਾਮ ਉਤਰ ਗਿਆ। ਉਹਦੇ ਤੇ ਆ ਰਿਹਾ ਕਿ ਉਹ ਕਹਿੰਦੇ ਖੁਸ਼ੀ ਮਨਾਉਣੀ ਜਿਹੜੀ ਚੀਜ਼ ਹੈ ਕਿ ਮੌਡ ਬਲਾਸਟ ਵਾਕਈ ਉਹ ਜਿਹੜੀ ਇਨਕੁਆਇਰੀ ਜਿਹੜੀ ਸੀ ਉਹ ਪੂਰੀ ਹੁਣ ਤੱਕ ਕੰਪਲੀਟ ਹੋ ਜਾਣੀ ਚਾਹੀਦੀ ਸੀ। ਆਲਮੋਸਟ ਕੰਪਲੀਟ ਹੋਏ ਤੇ ਬਾਹਰ ਕਿਉਂ ਨਹੀਂ ਆ ਰਹੀ ਇਹਦੇ ਬਾਰੇ ਮੈਨੂੰ ਇੰਨਾ ਕੋਈ ਨਹੀਂ ਪਤਾ, ਕਿਉਂਕਿ ਇਹਦੇ 'ਚ DGP ਜਾਂ CM ਸਾਹਿਬ ਉਹਨਾਂ ਦਾ ਡਿਪਾਰਟਮੈਂਟ ਹੈ, ਮੇਰਾ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਨਹੀਂ। ਇੰਨਾ ਕੁ ਪਤਾ ਸੀ ਕਿ ਆਲਮੋਸਟ ਜਿਹੜੀ ਇਨਕੁਆਇਰੀ ਜਿਹੜੀ ਖਤਮ ਹੋ ਗਈ ਤੇ ਪਤਾ ਨਹੀਂ ਕਿਉਂ ਬਾਅਦ 'ਚ ਚੇਂਜ ਕਰ ਦਿੱਤੀ ਗਈ। ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਜਾਂ ਕਿਤੇ ਕੈਪਟਨ ਸਾਹਿਬ ਨੇ ਉਸ ਵੇਲੇ ਕਿਹਾ ਸੀ ਕਿ ਇਹ CBI ਕੋਲ ਹੀ ਇਨਕੁਆਇਰੀ ਜਾ ਸਕਦੀ ਹੈ, ਪਰ ਅਸੈਂਬਲੀ ਦੇ ਵਿੱਚ ਸਾਡੇ CLP ਦੇ ਲੀਡਰ ਸੁਨੀਲ ਜਾਖੜ ਸੀਗੇ। ਅਸੀਂ ਸਾਰਿਆਂ ਨੇ ਵਾਕਆਊਟ ਵੀ ਕੀਤਾ ਕਿ ਇਹ CBI ਕੋਲ ਨਹੀਂ ਜਾਣੀ ਚਾਹੀਦੀ, ਇਹ ਇੱਥੇ ਪੰਜਾਬ 'ਚ ਰਹਿ ਕੇ ਜਲਦੀ ਇਹਦੀ ਜਿਹੜੀ ਹੋਣੀ ਚਾਹੀਦੀ। ਬਿਲਕੁਲ ਇਹ ਅਕਾਲੀ ਦਲ ਝੂਠ ਬੋਲ ਰਿਹਾ। ਵਿਧਾਨ ਸਭਾ ਦੇ ਵਿੱਚ ਡਿਪਟੀ ਹੋਮ ਮਿਨਿਸਟਰ ਸੀ, ਇਹਨਾਂ ਨੂੰ ਦੋਨਾਂ ਨੂੰ ਬਾਪ ਬੇਟੇ ਨੂੰ ਅੰਦਰ ਜਵਾਬ ਨਹੀਂ ਸੀ ਕੋਈ ਆ ਰਿਹਾ, ਬੋਲਾਂ ਤੇ ਸਿਕਰੀ ਜੰਮੀ ਸੀ ਜਿਸ ਵੇਲੇ ਅਸੀਂ ਬੋਲ ਰਹੇ ਸੀ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਅਸੀਂ ਬਾਅਦ 'ਚ ਵੀ ਸਾਡੀ ਪਾਰਟੀ ਦਾ ਜੋ ਸਟੈਂਡ ਸੀਗਾ ਕਿ CBI ਕੋਲ ਕੇਸ ਨਹੀਂ ਰਹਿਣਾ ਚਾਹੀਦਾ, ਕਿਉਂਕਿ ਇਹਨਾਂ ਦੀ ਭਾਈਵਾਲ ਪਾਰਟੀ ਆ, ਇਹਨਾਂ ਦੀ ਫੇਵਰ ਕਰੇਗੀ। ਤੇ ਪੰਜਾਬ ਗਵਰਨਮੈਂਟ ਜਿਹਨੇ ਪੰਜਾਬ ਪੁਲਿਸ ਜਿਹਨੇ ਅੱਤਵਾਦ ਦੇ ਵਿੱਚ ਇੰਨਾ ਕੁਝ ਕੀਤਾ ਜਾਂ ਬਾਅਦ 'ਚ ਕੀਤਾ ਜਾਂ ਹੋਰ ਕੀਤੇ, ਇਸ ਕਰਕੇ ਅਸੀਂ ਕਿਹਾ ਕਿ ਇਹ ਜਿਹੜੇ ਕੇਸ ਨੇ ਪੰਜਾਬ 'ਚ ਹੋਣੇ ਚਾਹੀਦੇ ਤੇ ਪੰਜਾਬ ਹੀ ਉਹਦੀ ਇਨਕੁਆਇਰੀ ਕਰੇ। ਜਿਹੜੀ ਬਿੱਟੂ ਦੀ ਆ ਵਾਕਿਆ ਮੇਰੇ ਕੋਲ ਡਿਪਾਰਟਮੈਂਟ ਸੀਗਾ, ਉਹਦੇ ਵਿੱਚ ਉਹਦੀ ਮਰਡਰ ਹੋ ਗਿਆ ਅੰਦਰ, ਪਰ ਉਹਦੇ 164 ਦੇ ਬਿਆਨ ਜਿਹੜੇ ਹੋਏ ਨੇ ਉਹ ਜੱਜ ਦੇ ਸਾਹਮਣੇ ਹੋਏ ਆ। ਉਹਦੇ ਬਿਆਨਾਂ ਦੇ ਹਿਸਾਬ ਨਾਲ ਕਿਸੇ ਵੀ ਕੋਈ ਵੀ ਜਿਹੜਾ ਕੋਈ ਹੁੰਦੇ ਮੁਲਜ਼ਮ ਹੁੰਦੇ ਆ ਉਹਨਾਂ ਦੀ ਟਰਾਇਲ ਦੇ ਵਿੱਚ ਹੀ ਉਹਨਾਂ ਦੇ ਕਈਆਂ ਦੀ ਕਈ ਮੌਤਾਂ ਕਈਆਂ ਦੀਆਂ ਹੋ ਜਾਂਦੀਆਂ ਨੇ। ਇਸ ਕਰਕੇ ਜੇ 164 ਦੇ ਬਿਆਨ ਹੋਣ ਤੇ ਉਹਦੇ ਤੇ ਇਨਕੁਆਇਰੀ ਤੇ ਜਾਂ ਕੇਸ ਦੀ ਪ੍ਰੋਸੀਡਿੰਗਸ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਬਟ ਕੋਈ ਸੋਲੂਸ਼ਨ ਨਹੀਂ ਆ। ਅੱਜ ਸਾਨੂੰ ਪੱਤਰਕਾਰਾਂ ਨੂੰ ਐਕਚੁਅਲੀ ਇੱਕ ਵਕੀਲਾਂ ਦਾ ਮਾਹਰ ਗਰੁੱਪ ਚਾਹੀਦਾ ਜੋ ਸਾਰੀਆਂ ਗੱਲਾਂ ਨੂੰ ਤੱਥਾਂ ਨੂੰ ਸਮਝ ਸਕੇ, ਬਿਕੋਜ਼ ਕਿੱਥੇ ਅਸੀਂ ਵੀ ਵਕਾਲਤ ਨਹੀਂ ਕੀਤੀ ਹੋਈ, ਸਮਝ ਨਹੀਂ ਆਉਂਦਾ ਕਿ ਕਿਹੜਾ ਪੱਖ ਸਹੀ ਹੈ। ਬਿਕੋਜ਼ ਐਂਡ ਵਿੱਚ ਇਹ ਸਾਹਮਣੇ ਆਉਂਦਾ ਕਿ ਸੋਲੂਸ਼ਨ ਨਹੀਂ ਆਇਆ, ਬਿਕੋਜ਼ ਮਾਹਰ ਤੁਹਾਡੇ ਕੋਲ ਨੇ, ਤੁਹਾਡੇ ਕੋਲ ਇਹੋ ਜਿਹੇ ਸਰਕਾਰ ਕੋਲ ਇਹੋ ਜਿਹੇ ਲਾਇਰਸ ਨੇ ਜਿਹਨਾਂ ਤੁਸੀਂ 25-25 ਲੱਖ ਪਰ ਦਿਨ ਦਿੰਦੇ ਆ ਰਹੇ ਹੋ। ਜੇ ਉਸ ਤੋਂ ਬਾਅਦ ਵੀ ਸਾਨੂੰ ਇੱਕ ਨਿਆਂ ਨਾ ਮਿਲੇ, ਫਿਰ ਸਵਾਲ ਤਾਂ ਉੱਠਦੇ ਨੇ। ਜੇ ਤੁਸੀਂ ਕਹਿੰਦੇ ਹੋ ਨਸ਼ੇ ਦਾ ਮੁੱਦਾ ਬੜਾ ਜ਼ਰੂਰੀ ਹੈ, STF ਦੀ ਰਿਪੋਰਟ ਕਿਉਂ ਨਹੀਂ ਖੋਲ੍ਹੀ ਗਈ? ਜੇ SIT ਜਿਹੜੀ ਕੁੰਵਰ ਵਿਜੇ ਪ੍ਰਤਾਪ ਕੋਲ ਸੀ ਉਹਦੇ ਵਿੱਚ ਦੂਸਰੇ ਚਲਾਨ ਦੀ ਇੰਨਾ ਇੰਤਜ਼ਾਰ ਕਿਉਂ ਕੀਤਾ ਗਿਆ? ਉਹਦੇ ਵਿੱਚੋਂ ਛੋਟੀਆਂ ਗਲਤੀਆਂ ਲੱਭੀਆਂ ਗਈਆਂ, ਲੂਪ ਹੋਲਸ। ਉਹ ਲੂਪ ਹੋਲਸ ਕਿਉਂ ਛੱਡੇ ਗਏ? ਇੱਕ IG ਪੱਧਰ ਦਾ ਇਨਸਾਨ ਹੋਵੇ, ਨਾਲ ਪੂਰਾ AG ਦਾ ਆਫਿਸ ਹੋਏ, ਤੇ ਉਹਨਾਂ ਨੂੰ ਨਹੀਂ ਪਤਾ ਕਿ FIR ਉਹਨੂੰ ਕੰਟੀਨਿਊਸ਼ਨ 'ਚ ਪਾਉਣਾ ਕਿ ਨਵੀਂ FIR ਪਾਉਣੀ ਹੈ। ਸੋ ਇਹ ਚੀਜ਼ਾਂ, ਇਹਨਾਂ ਦੇ ਪਿੱਛੇ ਹੁਣ ਇਹੋ ਸਵਾਲ ਹੈ ਕਿ ਜੋ ਤੁਸੀਂ ਵੀ ਉੱਠ ਰਹੇ ਹੋ ਕਿ ਇਹ ਸਾਜ਼ਿਸ਼ ਸੀ, ਕਿ ਇਹ ਆਪੇ ਛੱਡੀਆਂ ਗਈਆਂ ਲੂਪ ਹੋਲਸ, ਕਿ ਅਣਗਹਿਲੀ ਹੋ ਗਈ? ਕਿ ਕੋਈ ਇਹਦੇ ਬਾਰੇ ਮੈਂ ਆਪ ਕਨਫਿਊਜ਼ਡ ਹਾਂ ਕਿ ਐਡਾ ਸੀਰੀਅਸ ਕੇਸ ਔਰ ਇਹਨੇ ਲੈਪਸ ਉਹਦੇ 'ਚ ਰਹਿ ਜਾਣ। ਤੇ ਕਿਉਂਕਿ ਮੈਂ ਕਨਸਟੀਟਿਊਸ਼ਨ ਦੀ ਕਸਮ ਵੀ ਖਾਧੀ ਹੈ ਕਿ ਜੋ ਅੰਦਰ ਗੱਲ ਹੁੰਦੀ ਹੈ ਬਾਹਰ ਨਹੀਂ ਸਾਨੂੰ ਦੱਸਣੀ ਚਾਹੀਦੀ, ਔਰ ਜੋ ਅਸੀਂ ਗਵਰਨਮੈਂਟ 'ਚ ਬੈਠੇ ਹਾਂ ਸਾਨੂੰ ਸਾਡੀ ਲਿਮਿਟੇਸ਼ਨਸ ਵੀ ਨੇ, ਪਰ ਨਾਲ ਦੇ ਨਾਲ ਸਾਡੀਆਂ ਲਿਮਿਟੇਸ਼ਨਸ ਇਹ ਵੀ ਹੈਗੀਆਂ ਕਿ ਪਬਲਿਕ ਕੋਲ ਕਿਸ ਤਰ੍ਹਾਂ ਜਾਣਾ। ਪਬਲਿਕ ਦੇ ਕੋਲ ਦੇਖੋ, ਹੁਣ ਅਸੀਂ ਪੋਲੀਟੀਕਲ ਬੰਦੇ ਹਾਂ, ਇਹਦੇ ਬਾਅਦ ਅਸੀਂ ਮੂੰਗਫਲੀ ਦੀ ਦੁਕਾਨ 'ਤੇ ਮੈਂ ਲਾ ਨਹੀਂ ਸਕਦਾ। ਮੈਂ ਤਾਂ ਪੋਲੀਟਿਕਸ ਕਰ ਰਿਹਾ, ਅਤੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਖੇਤੀ ਕਿਵੇਂ ਕਰਾਂਗੇ, ਅਤੇ ਉਹਦੇ 'ਚ ਹੁਣ ਤਾਂ ਮੈਂ ਤਾਂ ਪੋਲੀਟਿਕਸ ਹੀ ਕਰਾਂਗਾ। ਅਤੇ ਪੋਲੀਟਿਕਸ ਦੀ ਉਹ ਕਰਾਂਗਾ ਜਿਹਦੇ 'ਚ ਲੋਕਾਂ ਦੇ ਸਾਹਮਣੇ ਖੜ੍ਹੇ ਹੋ ਕੇ ਕਹਿ ਸਕੇ ਕਿ ਅਸੀਂ ਤੁਹਾਡੇ ਨਾਲ ਆਹ ਗੱਲਾਂ ਕੀਤੀਆਂ ਸੀ, ਉਹ ਅਸੀਂ ਪੂਰੀਆਂ ਕੀਤੀਆਂ ਨੇ, ਆਹ ਸਾਡੇ ਕੋਲ ਨਹੀਂ ਹੋ ਸਕਿਆ। ਦੇਖੋ, ਇੱਕ ਬੜੀ ਸਪਸ਼ਟ ਗੱਲ ਆ ਕਿ ਅਸੀਂ ਜੇ ਸਟੇਜ 'ਤੇ ਖਲੋ ਕੇ ਤੁਸੀਂ ਹੁਣੇ ਕਹਿ ਕੇ ਗੁਟਕਾ ਸਾਹਿਬ ਦੀ ਕਸਮ ਖਾਧੀ, ਮੈਂ ਨਾਲ ਖੜਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਖੜਾ, ਉੱਥੇ ਕਾਂਗੜ ਖੜਾ, ਉੱਥੇ ਕਿੱਕੀ ਢਿੱਲੋਂ ਖੜਾ, ਬਲਬੀਰ ਸਿੰਘ ਸਿੱਧੂ ਖੜਾ, ਉੱਥੇ ਦਰਸ਼ਨ ਬਰਾੜ ਖੜਾ ਹੈ। ਤਾਂ ਅਸੀਂ ਸਾਰੇ ਹੀ ਉਸ ਕਸਮ ਦੇ ਵਿੱਚ ਅਸੀਂ ਸਾਰੇ ਇਕੱਠੇ ਹਾਂ। ਜੇ ਇੱਕ ਬੰਦਾ ਗੁਟਕਾ ਸਾਹਿਬ ਲੈ ਕੇ ਕਸਮ ਖਾਂਦਾ ਤੇ ਜਿਹੜੀ ਬੜੀ ਵੱਡੀ ਕੰਟਰੋਵਰਸੀ ਰਹੀ ਹੈ ਗੁਟਕਾ ਸਾਹਿਬ ਫਕੜ ਕੇ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਮੈਂ ਨਸ਼ੇ ਦੀ ਲੱਤ ਤੋੜਾਂਗਾ। ਤੁਸੀਂ ਮੰਨਦੇ ਹੋ ਕਿ ਨਸ਼ੇ ਦੀ ਲੱਤ ਤੋੜ ਨਹੀਂ ਟੁੱਟੀ? ਕੋਸ਼ਿਸ਼ ਹੋਈ, ਪਤਾ ਨਹੀਂ ਕਿੱਥੇ ਰੁਕ ਗਈ ਹੈ। ਪਹਿਲਾਂ ਜ਼ਰੂਰ ਮਹਿਸੂਸ ਹੋਇਆ ਸੀ ਕੋਸ਼ਿਸ਼ ਹੋਈ, ਉਸ ਤੋਂ ਬਾਅਦ ਵੇਖੋ ਗੱਲ ਸੁਣੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਹਰਪ੍ਰੀਤ ਸਿੱਧੂ ਦੀ ਜਿਹੜੀ ਰਿਪੋਰਟ ਸੀਗੀ ਉਹ ਅੱਜ ਕੱਲ੍ਹ ਸੀਲ ਕਵਰ ਜਿਹੜਾ ਹਾਈ ਕੋਰਟ 'ਚ ਪਿਆ, ਅਜੇ ਤੱਕ ਉਹ ਨਹੀਂ ਖੁੱਲ੍ਹਿਆ। ਇਹਦੇ ਬਾਰੇ ਲੋਕ ਸਾਨੂੰ ਪੁੱਛਦੇ। ਮੈਨੂੰ ਅੱਜ ਮੈਂ ਤੁਹਾਡੇ ਨਾਲ ਇੰਟਰਵਿਊ ਦੇ ਰਿਹਾ, ਮੈਨੂੰ ਇਹ ਭੁਗਤਣੀਆਂ ਵੀ ਪੈਣੀਆਂ ਨੇ, ਮੈਨੂੰ ਇਹਦੇ 'ਤੇ ਐਕਸਪਲੇਨੇਸ਼ਨ ਵੀ ਦੇਣੀ ਪੈਣੀ ਹੈ, ਪਰ ਕੀ ਕਰਾਂ?
ਤੇ ਆਪਣਾ ਦਿਲ ਦੀ ਗੱਲ ਨਾ ਕਰਾਂ, ਆਪਣਾ ਜੋ ਲੋਕਾਂ ਨਾਲ ਖਲੋ ਕੇ ਸਟੇਜ ਤੇ ਖਲੋ ਕੇ ਜੈਕਾਰਾ ਬੁਲਾ ਕੇ ਬੋਲੇ ਸੋਨ ਹਾਲ ਤੇ ਪਿੱਛੇ ਸਾਰੇ ਲੋਕ ਕਹਿ ਰਹੇ ਸਤਿ ਸ਼੍ਰੀ ਅਕਾਲ, ਇਹਦਾ ਮਤਲਬ ਗੁਰੂ ਦੀ ਮੋਹਰ ਲਵਾਈ ਨਾਲ ਅਸੀਂ ਕਿ ਅਸੀਂ ਇਹ ਗੁਟਕਾ ਸਾਹਿਬ ਦੀ। ਤੇ ਮੈਨੂੰ ਪਤਾ ਕਿ ਮੈਨੂੰ ਇਹਦੇ ਜਵਾਬ ਵੀ ਦੇਣੇ ਪੈਣੇ, ਮੈਨੂੰ ਇਹਦੇ ਇਹ ਵੀ ਸਹਿਣੇ ਪੈਣੇ, ਮੈਨੂੰ ਕ੍ਰਿਟਿਸਿਜ਼ਮ ਵੀ ਮੇਰਾ ਹੋਣਾ, ਪਰ ਉਹਦੇ ਵਿੱਚ ਨਾਲ ਦੀ ਨਾਲ ਉਹਦੇ ਤੋਂ ਨਹੀਂ ਵਾਕਿਆ ਡਰਨਾ ਵੀ ਚਾਹੀਦਾ। ਤੇ ਜਦੋਂ ਪਾਰਟੀ 'ਚ ਰਹਿਣਾ ਤੇ ਉੱਤੇ ਜੇ ਡਿਸਪਲਿਨ 'ਚ ਰਹਿਣਾ ਪੈਂਦਾ, ਮੈਂ ਵਿਦਿਨ ਡਿਸਪਲਿਨ ਜ਼ਰੂਰ ਇਹ ਗੱਲ ਕਰਾਂਗਾ ਕਿ ਅਸੀਂ ਉੱਥੇ ਕਿਹਾ ਔਰ ਜਿਹੜੀ ਉਹ ਚੀਜ਼ ਕਹੀ ਹਰਪ੍ਰੀਤ ਸਿੱਧੂ ਦਾ ਜਿਹੜੀ ਸੀਲ ਕਵਰ ਦੇ ਵਿੱਚ ਉੱਥੇ ਇਨਕੁਆਇਰੀ ਪਈ ਆ ਤੇ ਉਹਨੂੰ ਅੱਜ ਤੱਕ ਸਾਨੂੰ ਰਿਲੀਜ਼ ਕਰਵਾਉਣਾ ਚਾਹੀਦਾ ਸੀ। ਉਹਦੇ 'ਚ ਬੇਸ਼ੱਕ ਕੁਛ ਨਾ ਲਿਖਿਆ ਹੋਵੇ, ਕੋਈ ਚੀਜ਼ ਨਾ ਹੋਵੇ, ਉਹਦੇ 'ਚ ਬਿਕਰਮ ਮਜੀਠੀਆ ਨੂੰ ਕਲੀਨ ਚਿੱਟ ਮਿਲੀ ਹੋਵੇ ਤੇ ਪਰ ਲੋਕਾਂ ਦੇ ਸਾਹਮਣੇ ਤੇ ਆਉਣਾ ਚਾਹੀਦਾ। ਉਹ ਵੀ ਜੇ ਬੈਠਾ ਹੈ ਇਸ ਵੇਲੇ ਕਿ ਮੇਰੇ ਤੇ ਪਤਾ ਨਹੀਂ ਕੀ ਅੰਦਰੋਂ ਨਿਕਲ ਆਉਣਾ ਤੇ ਸਾਨੂੰ ਵੀ ਪਤਾ ਨਹੀਂ ਕਿ ਅੰਦਰ ਕੀ ਨਿਕਲਣਾ, ਤੇ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਜੇ ਉਹ ਪਾਕ ਸਾਫ਼ ਆ ਉਹਨੂੰ ਕਲੀਨ ਚਿੱਟ ਮਿਲਣੀ ਚਾਹੀਦੀ, ਉਹਦੇ ਤੇ ਉਹਦਾ ਪਰਿਵਾਰ ਵੀ ਦੁਖੀ ਨਹੀਂ ਹੋਣਾ ਚਾਹੀਦਾ, ਤੇ ਜੇ ਨਹੀਂ ਉਹਦੀ ਜਿਹੜੀ ਰਿਪੋਰਟ ਨੂੰ ਅੱਜ ਰਿਲੀਜ਼ ਕਰਕੇ ਤੇ ਐਕਸ਼ਨ ਕਰਨਾ ਚਾਹੀਦਾ। ਤੇ ਦੂਸਰੀ ਰਿਪੋਰਟ ਜਿਹੜੀ ਚਟੋਪਾਧਿਆਏ ਦੀ ਆ ਉਹਦੇ ਵਿੱਚ ਰਾਜੀਤ ਸਿੰਘ ਔਰ ਇੰਦਰਜੀਤ ਦੀ ਜਿਹੜੀ ਹਾਈ ਕੋਰਟ ਵੱਲੋਂ ਇਨਕੁਆਇਰੀ ਮਨਜ਼ੂਰ, ਉਹ ਵੀ ਸੀਲ ਕਵਰ ਜਿਹੜਾ ਉੱਥੇ ਪਿਆ ਤੇ ਉਹ ਵੀ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਕਿ ਨਸ਼ਾ ਜਿਹੜਾ ਨੈਕਸਸ ਸੀਗਾ ਉਹ ਨੈਕਸਸ ਟੁੱਟਾ ਕਿ ਨਹੀਂ ਟੁੱਟਾ। ਜਿਹੜੀ 6000 ਕਰੋੜ ਦੀ ਭੋਲੇ ਦੀ ਉਸ ਵੇਲੇ ਦੀ ਡਰੱਗ ਜਿਹੜੀ ਕਹਿੰਦੇ ਕਿ ਅਸੈਂਬਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ, ਉਹਦਾ ਨਾਂ ਪਤਾ ਨਹੀਂ ਕੀ ਆ, ਭੋਲਾ ਕੋਈ DSP, ਉਹਨੂੰ ਅਸੀਂ ਫੜਿਆ ਤੇ 6000 ਕਰੋੜ ਦੀ ਅਸੀਂ ਡਰੱਗ ਫੜੀ ਆ। ਉਹ ਡਰੱਗ ਕਿੱਥੇ ਗਈ? ਉਹ 6000 ਕਰੋੜ ਕਿੱਥੇ ਗਿਆ? ਇਹ ਸਾਡੀ ਗਵਰਨਮੈਂਟ ਦਾ ਕੰਮ ਸੀ ਕਿ ਉਹਨੂੰ ਇਮੀਡੀਏਟਲੀ ਆਉਂਦਿਆਂ ਪਹਿਲੋਂ ਇਹ ਕਰਦੇ ਕਿ 6000 ਕਰੋੜ ਦੀ ਜਿਹੜੀ ਡਰੱਗ ਫੜੀ ਗਈ ਹੈ ਉਹ ਕਿੱਥੇ ਦੇ ਕਿੱਥੇ ਡਿਸਟਰੀਬਿਊਟ ਹੋਈ, ਤੇ ਇਸ ਵੇਲੇ ਉਹਦੇ 6000 ਕਰੋੜ ਦਾ ਕੀ ਹਿਸਾਬ ਕਿਤਾਬ ਹੈ, ਇਹ ਟੋਟਲ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਸੀ। ਇਹ ਬੜੀਆਂ ਜਿਹੜੀਆਂ ਚੀਜ਼ਾਂ ਨੇ ਬੜੀ ਕਨਫਿਊਜ਼ਨ ਜੀ ਕ੍ਰੀਏਟ ਕਰ ਰਹੀਆਂ ਨੇ ਕਿ ਪਤਾ ਨਹੀਂ ਕਿੱਥੇ ਔਰ ਕਿਵੇਂ ਇਹਦੇ 'ਚ ਹੋ ਰਿਹਾ, ਇਹ ਗਲਤ ਹੋ ਰਿਹਾ। ਸੋ ਕਨਫਿਊਜ਼ਨ ਇੱਕ ਹੋਰ ਚੀਜ਼ ਵੀ ਕ੍ਰੀਏਟ ਕਰ ਰਹੀ ਹੈ ਕਿ ਕੈਬਨਿਟ ਇਕੱਠੀ ਹੈ ਕਿ ਨਹੀਂ ਹੈ, ਬਿਕੋਜ਼ ਜੇ ਸਰਕਾਰ ਇਕੱਠੀ ਨਹੀਂ ਉਹ ਚੱਲੇਗੀ ਕਿੱਦਾਂ। ਕਿੱਥੇ ਇਹ ਵੀ ਲੱਗ ਰਿਹਾ ਜਿਵੇਂ 2012 ਵਿੱਚ ਆਪਣਿਆਂ ਨੂੰ ਆਪਣਾ ਰਿਹਾ ਸੀ, ਅੱਜ ਕਾਂਗਰਸ ਉਹੀ ਬੱਚੇ ਅੰਦਰ ਦੀ ਲੜਾਈ ਚੱਲ ਰਹੀ ਹੈ। ਅਸੀਂ ਕੈਬਨਿਟ ਦੀ ਗੱਲ ਕਰੀਏ, ਪਹਿਲੇ ਸਾਲ ਵਿੱਚ ਰਾਣਾ ਗੁਰਮੀਤ ਸਿੰਘ ਉਹ ਬਾਹਰ ਨਿਕਲ ਗਏ, ਉਹਨਾਂ ਤੇ ਇਲਜ਼ਾਮ ਲੱਗੇ। ਅੱਜ ਰਾਣਾ ਸੋਢੀ ਉੱਤੇ ਇਲਜ਼ਾਮ ਲੱਗੇ, ਉਹ ਪੰਜਾਬ ਸਰਕਾਰ ਦੇ ਇੱਕ ਮਹਿਕਮੇ ਵੱਲੋਂ ਲੱਗੇ ਨੇ। ਦੂਜੇ ਨਵਜੋਤ ਸਿੰਘ ਸਿੱਧੂ ਤੇ ਇਨਕੁਆਇਰੀ ਕੱਢੀ ਗਈ ਹੈ ਔਰ ਨਵਜੋਤ ਸਿੰਘ ਸਿੱਧੂ ਕਾਫੀ ਵੋਕਲ ਹੋ ਕੇ ਕੁਝ ਚੀਜ਼ਾਂ ਕਹਿੰਦੇ ਪਏ ਨੇ, ਖਾਸ ਕਰਕੇ ਬਰਗਾੜੀ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਕਰ ਲਓ ਜੋ ਕਰਨਾ। ਸੋ ਅੰਦਰ ਹੋ ਕੀ ਰਿਹਾ ਕਿ ਕੈਬਨਿਟ ਦੀ, ਜਿਵੇਂ ਅਸੀਂ ਕਹਿੰਦੇ ਸੀ ਕਿ ਵੀ ਸੈਂਟਰ ਜਾਂ ਕਿੰਨੇ ਫਾਈਲਾਂ ਰੱਖਦੀ ਹੈ ਕਿ ਜਿਹੜਾ ਮੰਤਰੀ ਆਊਟ ਆਫ ਲਾਈਨ ਹੈ ਉਹਨੂੰ ਫਟਾਫਟ, ਜਿਹੜਾ ਬੰਦਾ ਆਊਟ ਆਫ ਲਾਈਨ ਇਹ ਤੇ ਹਰ ਗਵਰਨਮੈਂਟ ਦੇ ਵਿੱਚ ਇਹ ਚੀਜ਼ ਹੁੰਦੀ ਹੈ। ਮੋਦੀ ਸਾਹਿਬ ਨੇ ਵੀ ਰੱਖੀ ਹੋਣੀ ਹੈ, ਅੱਜ ਇੱਥੇ ਹੀ ਹੋ ਰਿਹਾ। ਇਹ ਤੇ ਬੜਾ ਪੁਰਾਣਾ ਹੀ ਚੱਲਿਆ ਆਉਂਦਾ, ਰਾਜੇ ਮਹਾਰਾਜੇ ਦੇ ਟਾਈਮ ਤੋਂ ਵੀ ਤੁਰਿਆ ਆਉਂਦਾ। ਇਹਦੇ 'ਚ ਤੇ ਕੋਈ ਇਹੋ ਜਿਹੀ ਕਿਸੇ ਨੂੰ ਸੋਚਣਾ ਚਾਹੀਦਾ, ਜੇ ਮਿਨਿਸਟਰ ਬਣੇ ਆ ਤੇ ਫੇਸ ਕਰਨਾ ਪਏਗਾ ਜਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਪਏਗਾ। ਜੇ ਕੁਝ ਕਰਨਾ ਤੇ ਇਹ ਵੀ ਹੁੰਦਾ ਕਈ ਵਾਰ ਗਲਤ ਐਲੀਗੇਸ਼ਨ ਵੀ ਸਰਕਾਰਾਂ ਆਪਣੇ ਬੰਦਿਆਂ ਦੇ ਉੱਤੇ ਲਾ ਸਕਦੇ। ਇਹਦੇ ਬਾਰੇ ਬਹੁਤ ਵੱਡਾ ਮੈਂ ਇਸ਼ੂ ਨਹੀਂ ਸਮਝਦਾ, ਇਹਨੂੰ ਮੈਂ ਇਸ਼ੂ ਨਹੀਂ ਏਡਾ ਵੱਡਾ ਸਮਝਦਾ। ਜੇ ਸ਼ੀਸ਼ੇ ਦੇ ਮੱਚ ਰਹਿਣਾ ਤੇ ਫਿਰ ਆਪਣੇ ਆਪ ਨੂੰ ਬਚਾ ਕੇ ਰੱਖਣਾ ਪਏਗਾ। ਤੁਹਾਡੇ ਤੇ ਫਾਈਲ ਖੁੱਲ ਸਕਦੀ ਹੈ ਹੁਣ? ਕੋਈ ਕਿਸੇ ਦੀ ਵੀ ਖੁੱਲ ਸਕਦੀ ਹੈ, ਤੁਹਾਡੀ ਵੀ ਖੁੱਲ ਸਕਦੀ ਹੈ, ਤੁਸੀਂ ਭਾਵੇਂ ਮੀਡੀਆ ਵਾਲੇ ਹੋ। ਇਹਦੇ 'ਚ ਕੋਈ ਨਹੀਂ, ਸਰਕਾਰਾਂ ਦੇ ਕੋਲ ਬਹੁਤ ਕੁਝ ਹੁੰਦਾ ਹੈ। ਇਹਦੇ ਬਾਰੇ ਜੇ ਇਹ ਸੋਚਣ ਲੱਗੇ ਤਾਂ ਫਿਰ ਤੇ ਆਪਾਂ ਜ਼ਬਾਨ ਬੰਦ ਕਰਾਂਗੇ ਜੇ ਇਹ ਸੋਚਣ ਲੱਗ ਪਏ ਕਿ ਮੇਰੀ ਫਾਈਲ ਨਾ ਖੁੱਲ ਜੇ। ਹਾਂ, ਜੇ ਖੁੱਲ੍ਹਦੀ ਆ ਤਾਂ ਜ਼ਰੂਰ ਖੁੱਲ੍ਹਣੀ ਚਾਹੀਦੀ ਆ। ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹ ਲੋਕਾਂ 'ਚ ਪਬਲਿਸ਼ ਕਰਕੇ ਤੇ ਇਮੀਡੀਏਟਲੀ ਉਸ ਬੰਦੇ ਨੂੰ ਇਹ ਨਹੀਂ ਕਿ ਫਾਈਲ ਖੋਲ੍ਹ ਲਈ, ਜੇ ਕੱਲ੍ਹ ਇਮੀਡੀਏਟਲੀ ਉਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਔਰ ਨਾਲ ਹੀ ਉਹਦੇ ਕੇਸ ਚਲਾਉਣਾ ਚਾਹੀਦਾ। ਸਰ, ਜਿਹੜੀਆਂ ਤੁਹਾਡੀਆਂ ਅੰਦਰ ਦੀਆਂ ਅਲੱਗ-ਅਲੱਗ ਧੜਿਆਂ ਦੀ ਮੀਟਿੰਗ ਹੋ ਰਹੀਆਂ, ਉਹਦੇ ਬਾਰੇ ਕੁਝ ਰੋਸ਼ਨੀ ਪਾਓਗੇ ਕਿ ਹੋ ਕੀ ਰਿਹਾ, ਕਿ ਇੱਥੇ CM ਕੁਰਸੀ ਦੀ ਲੜਾਈ ਚੱਲ ਰਹੀ, ਨਵਜੋਤ ਸਿੰਘ ਸਿੱਧੂ ਉਹ ਨਾਲ ਆਉਣਾ ਚਾਹੁੰਦੇ ਨੇ, ਵਾਪਸ ਆਉਣਾ ਚਾਹੁੰਦੇ, ਉਹ ਕਾਂਗਰਸ ਵਿੱਚ ਹੈ ਜਾਂ ਨਹੀਂ ਹਨ, ਕੀ ਹੋ ਰਿਹਾ ਹੈ? ਦੇਖੋ, ਪਹਿਲੀ ਗੱਲ ਤੇ ਮੀਟਿੰਗਸ ਸਾਡੀਆਂ ਕਦੀ ਵੀ ਬੰਦ ਨਹੀਂ ਹੋਈਆਂ। ਕੈਬਨਿਟ ਦੀ ਤੁਸੀਂ ਗੱਲ ਕੀਤੀ ਹੈ ਕਿ ਕੈਬਨਿਟ ਨੇ ਅੱਜ ਤੱਕ ਹਮੇਸ਼ਾ ਹੀ ਇੱਕ ਆਵਾਜ਼ 'ਚ ਗੱਲ ਕੀਤੀ ਹੈ ਔਰ ਕਦੀ ਵੀ ਕੈਬਨਿਟ ਦੇ ਤੁਸੀਂ ਦੋ ਰਾਵਾਂ ਨਹੀਂ ਦੇਖਦੇ ਰਹੇ। ਜਿਹੜਾ ਅੰਦਰ ਡਿਸੀਜਨ ਹੁੰਦਾ ਪੂਰੀ ਦੀ ਪੂਰੀ ਕੈਬਨਿਟ ਉਹਦੇ 'ਤੇ ਹੀ ਖੜੀ ਰਹਿੰਦੀ ਹੈ। ਜੋ ਕੈਪਟਨ ਸਾਹਿਬ ਨੇ ਡਿਸੀਜਨ ਲੈ ਲਿਆ, ਜੋ ਕੈਬਨਿਟ ਨੇ, ਉਹਦੇ ਕੈਬਨਿਟ ਦੇ ਵਿੱਚ ਸਾਡੀ ਕਲੈਕਟਿਵ ਰਿਸਪੌਂਸਿਬਿਲਿਟੀ ਆ। ਅਸੀਂ ਸਾਰੇ CM ਸਾਡਾ ਵਨ ਆਫ ਦਾ ਮੈਂਬਰ ਹੈ, ਉਹਦੇ 'ਚ ਉਹ ਚੇਅਰ ਕਰਦੇ। ਬਾਕੀ ਸਾਡੀ ਜਿਹੜੀ ਜੇ ਇੱਕ ਬੰਦਾ ਗਲਤੀ ਕਰਦਾ ਤਾਂ ਉਹ ਪੂਰੀ
ਕੈਬਨਿਟ ਦੀ ਜਿਹੜੀ ਗਲਤੀ ਹੋਏਗੀ। ਇਸ ਕਰਕੇ ਜੋ ਵੀ ਡਿਸੀਜਨ ਹੁੰਦੇ ਆ ਸਾਡੇ ਯੂਨੈਨਿਮਸਲੀ ਹੁੰਦੇ ਆ ਔਰ ਅਸੀਂ ਉਹਦੀ ਰਿਸਪੌਂਸਿਬਿਲਿਟੀ ਵੀ ਓਨ ਕਰਦੇ ਹਾਂ ਕਿ ਹਾਂ ਅਸੀਂ ਆਹ ਗੱਲਾਂ ਕਿਤੇ। ਇਸ ਕਰਕੇ ਇਹ ਤਾਂ ਬਿਲਕੁਲ ਭੁੱਲ ਜਾਣਾ ਚਾਹੀਦਾ ਕਿ ਕੈਬਨਿਟ ਜਿਹੜੀ ਡਿਵਾਈਡਡ ਹੈ ਜਾਂ ਕੋਈ ਹੋ ਰਿਹਾ। ਜਿਹੜੀਆਂ ਮੀਟਿੰਗਸ ਹੋਣੀਆਂ ਮੀਟਿੰਗਸ ਹੁੰਦੀਆਂ ਨੇ, ਹੁੰਦੀਆਂ ਰਹੀਆਂ ਨੇ ਔਰ ਹੁੰਦੀਆਂ ਰਹਿਣਗੀਆਂ ਵੀ। ਜੇ ਅਸੀਂ ਕਰਦੇ ਹਾਂ ਕੋਈ ਗੱਲ ਜਾਂ ਮੀਟਿੰਗ ਹੁੰਦੀ ਆ ਉਹਦੇ 'ਚ ਬਸ ਇਹੀ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਚੱਲਦੀ ਆ। ਇਹਨਾਂ ਨੂੰ ਫਨ ਪਾਰਟੀ ਕਿਹਾ ਗਿਆ ਹੈ। ਹਾਂਜੀ, ਇਹਨਾਂ ਨੂੰ ਫਨ ਪਾਰਟੀ ਕਿਹਾ ਗਿਆ, ਫਨ ਪਾਰਟੀ। ਮੈਨੂੰ ਫਨ ਪਾਰਟੀ ਜਿਹੜੀ ਮੈਂ ਤੇ ਕਦੀ ਵੇਖੋ ਜੀ, ਮੈਂ ਤੇ ਨਾ ਡਰਿੰਕ ਕਰਦਾ ਤੇ ਨਾ ਮੈਂ ਫਨ ਕਰਦਾ, ਨਾ ਹੀ ਮੈਂ ਵੈਜੀਟੇਰੀਅਨ ਆ ਤੇ ਫਨ ਤੇ ਹੁਣ ਪਤਾ ਨਹੀਂ, ਤੁਸੀਂ ਦੱਸ ਦਿਓ ਕਿੰਨੇ ਕਿਆ ਫਨ ਪਾਰਟੀ ਆ। ਕਿਹਾ ਗਿਆ ਕੋਈ ਮੀਟਿੰਗ ਹੋਈ, ਡਿਨਰ ਹੋਇਆ ਤੇ ਉਹ ਜ਼ੀਰਾ ਜੀ ਦੇ ਫਾਦਰ ਦੀ ਡੈਥ ਹੋ ਗਈ ਤੇ ਉੱਥੇ ਉਸ ਤੋਂ ਬਾਅਦ ਕੋਈ ਮਿਲੇ ਤੇ ਉਹ ਮਤਲਬ ਮੀਟਿੰਗ ਨਹੀਂ ਸੀ, ਉਹ ਫਨ ਪਾਰਟੀ ਸੀ। ਸੋ ਨਹੀਂ, ਉਹ ਕਿਸੇ ਨੇ, ਮੈਂ ਨਹੀਂ ਵੇਖਿਆ ਕਿੰਨੇ ਕਿਹਾ ਜੀ, ਮੈਂ ਤੁਹਾਨੂੰ ਜਵਾਬ ਦੇ ਦੇਣਾ ਕਿੰਨਾ ਕਿਹਾ। ਬਾਜਵਾ ਜੀ ਨੇ ਕਿਹਾ ਮੇਰਾ ਖਿਆਲ। ਬਾਜਵਾ ਜੀ ਵੇਖੋ, ਪਹਿਲੀ ਗੱਲ ਤੇ ਵਾਕਿਆ ਜਿਹੜੀ ਤੁਸੀਂ ਗੱਲ ਕੀਤੀ ਆ ਤੇ ਮੈਨੂੰ ਅਫਸੋਸ ਹੈ ਕਿ ਬਾਜਵਾ ਸਾਹਿਬ ਵਰਗੇ ਏਡੇ ਸੀਨੀਅਰ ਔਰ ਏਜ ਤੋਂ ਵੀ ਸਾਡੇ ਤੋਂ ਕਾਫੀ ਵੱਡੇ ਨੇ ਤੇ ਅਸੀਂ ਤੇ ਮੈਂ ਤੇ ਚਲੋ ਮੇਰਾ ਤੇ ਉਹਨਾਂ ਦਾ ਪਿਆਰ ਵੀ ਬਹੁਤ ਜ਼ਿਆਦਾ, ਅਸੀਂ ਇਕੱਠੇ ਹੀ ਮੇਰੇ ਫਾਦਰ ਦੇ ਟਾਈਮ ਤੋਂ ਇਹ ਅਸੀਂ ਚੱਲੇ ਹੁੰਦੇ ਆ। ਤੇ ਉਸ ਦਿਨ ਬਾਜਵਾ ਸਾਹਿਬ ਤੇ ਸਰਕਾਰੀਆ ਸਾਹਿਬ ਬਾਈ ਚੌਪਰ ਹੈਲੀਕਾਪਟਰ ਦੇ ਰਾਹੀਂ ਉਹਨਾਂ ਦੇ ਅਫਸੋਸ ਕਰਨ ਗਏ ਨੇ, ਉਹ ਸੰਸਕਾਰ ਤੇ ਗਏ ਨੇ। ਤੇ ਇੰਦਰਜੀਤ ਸਿੰਘ ਜੀਰਾ ਸਾਡੇ ਕਾਂਗਰਸ ਦੇ ਬੜੇ ਵਧੀਆ ਜੁਝਾਰੂ ਲੀਡਰ ਸੀਗੇ, ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਐਜ ਏ ਕਿਸਾਨ ਵਿੰਗ ਦੇ ਚੇਅਰਮੈਨ ਹੁੰਦੇ ਆ ਪੰਜਾਬ ਕਾਂਗਰਸ ਦੀ ਕਿਸਾਨ ਵਿੰਗ ਦੇ, ਉਹਨਾਂ ਨੇ ਇਹਨਾਂ ਦੇ ਨਾਲ ਬੜੇ ਪੰਗੇ ਰਹੇ ਤੇ ਜੇਲ੍ਹ 'ਚ ਵੀ ਪਤਾ ਤੁਹਾਨੂੰ, ਇੱਥੇ ਮਟੌਰ ਜੇਲ੍ਹ 'ਚ ਵੀ ਉਹ ਜੇਲ੍ਹ ਕੱਟ ਕੇ ਆਏ ਸੀਗੇ। ਤੋ ਐਕਸ ਮਿਨਿਸਟਰ ਵੀ ਨੇ ਸਾਡੇ, ਬਹੁਤ ਵਧੀਆ ਸਾਡਾ ਬੱਚਾ ਹੀ ਆ ਕੁਲਬੀਰ, ਉਹਦੇ ਫਾਦਰ ਵੀ ਨੇ। ਤੇ ਮੇਰਾ ਖਿਆਲ ਕਿ ਜੇ ਬਾਜਵਾ ਸਾਹਿਬ ਨੇ ਗੱਲ ਕਹੀ ਆ ਜਾਂ ਤੇ ਉਹਨਾਂ ਨੇ ਵੈਸੇ ਹੀ ਕਿਤੇ ਗੱਲ ਕਰ ਦਿੱਤੀ। ਐਡਾ ਸੀਨੀਅਰ ਆਦਮੀ ਇਹੋ ਜਿਹੀ ਗੱਲ ਕਰਦਾ ਨਹੀਂ ਕਿ ਇੱਕ ਬੱਚੇ ਦੇ ਘਰੋਂ ਅਸੀਂ ਅਫਸੋਸ ਕਰਕੇ ਆ ਕੇ ਤੇ ਉਹਦੇ ਬਿਲਕੁਲ ਨਾਲ ਦੇ ਫਲੈਟ ਦੇ ਵਿੱਚ ਬੈਠ ਕੇ ਫਨ ਕਰੀਏ ਜਾਂ ਮੀਟ ਕਹੀਏ ਕਿ ਮਟਨ ਬਣਿਆ ਸੀ। ਤੇ ਇਹ ਸਾਡੀ ਪੋਲੀਟੀਕਲ, ਸਾਡੀ ਲਾਈਫ ਜਿਹੜੀ ਆ ਲੋਕਾਂ ਦੀ ਆ, ਸਾਡੀ ਫਨ ਕਰਨ ਦੀ ਤੇ ਮਟਨ ਖਾਣ ਦੀ ਲਾਈਫ ਨਹੀਂ ਗਈ। ਇਹ ਲੋਕਾਂ ਦਾ, ਸਾਡੀ ਪਰਸਨਲ ਜਿਹੜਾ ਪੋਲੀਟੀਕਲ ਬੰਦਾ ਉਹਦੀ ਕਦੀ ਵੀ ਪਰਸਨਲ ਲਾਈਫ ਨਹੀਂ ਹੋਈ ਲੋਕਾਂ ਦੀ। ਇਹਦੇ ਤੇ ਮੈਨੂੰ ਅਫਸੋਸ ਹੈ ਤੇ ਮੈਂ ਬਾਜਵਾ ਸਾਹਿਬ ਨਾਲ ਗੱਲ ਵੀ ਜ਼ਰੂਰ ਕਰਾਂਗਾ ਕਿ ਤੁਸੀਂ ਗਲਤ ਗੱਲ ਕਹਿ ਦਿੱਤੀ। ਸਰ ਵਾਪਸ ਉੱਤੇ ਆਉਂਦੇ ਹਾਂ ਕਿ ਜੋ ਮੀਟਿੰਗਸ ਤੁਸੀਂ ਕਹਿ ਰਹੇ ਹੋ ਰਹੀਆਂ, ਬਟ ਇਹ ਕੀ ਮੀਟਿੰਗਸ ਬਗਾਵਤ ਹੋ ਰਹੀਆਂ? ਬਿਕੋਜ਼ ਕਿਹਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਹੁਣ ਇੱਕ ਧੜੇ ਨੂੰ ਨਾਲ ਜੁੜ ਗਏ ਨੇ, ਕੈਪਟਨ ਸਾਹਿਬ ਦੇ ਖਿਲਾਫ ਨੇ, ਕਾਂਗਰਸ ਵਿੱਚ ਵੀ ਹਨ। ਬਟ ਕਾਂਗਰਸ, ਵੇਖੋ ਕਾਂਗਰਸ ਦੇ ਵਿੱਚ ਅਸੀਂ 2004 'ਚ ਵੀ ਕੈਪਟਨ ਸਾਹਿਬ ਦੇ ਨਾਲ ਉਸ ਵੇਲੇ ਬਗਾਵਤ ਹੋਈ ਸੀ। ਕਾਂਗਰਸ ਪਾਰਟੀ ਵਿੱਚ ਜਾਂ ਕਿਸੇ ਵੀ ਪਾਰਟੀ 'ਚ ਬਗਾਵਤ, ਇਹ ਦੂਸਰੀ, ਹਾਂ ਇਹ ਜ਼ਰੂਰ ਹੈ ਕਿ ਜਿਵੇਂ ਅਕਾਲੀ ਦਲ ਹੈ ਜਾਂ ਚੌਟਾਲਿਆਂ ਦੀ ਕੋਈ ਹੈਗੀ ਹੈ, ਚੌਟਾਲੇ ਵੀ ਅਖੀਰ 'ਚ ਟੁੱਟ ਟੱਟ ਕੇ ਇੱਕ ਚਲੇ ਗਏ। ਤੇ ਉਹਦੇ 'ਚ ਬਾਅਦ ਜੇ ਅਕਾਲੀ ਦਲ 'ਚ ਤੇ ਡੈਮੋਕ੍ਰੇਸੀ ਹੈ ਨਹੀਂ, ਇੰਟਰਨਲ ਡੈਮੋਕ੍ਰੇਸੀ, ਜਿਹੜੀ ਪਾਰਟੀ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੋਏਗੀ ਉੱਥੇ ਕ੍ਰਿਟਿਸਿਜ਼ਮ ਵੀ ਹੋਏਗਾ, ਉੱਥੇ ਬਗਾਵਤਾਂ ਵੀ ਹੋਣਗੀਆਂ, ਪਰ ਫਿਰ ਵੀ ਕਾਂਗਰਸ ਲਈ ਸਾਰੇ ਇੱਕ ਜੁੱਟ ਨੇ ਤੇ ਇੱਕ ਮੁੱਠ ਹੀ ਰਹਿਣਗੇ। तो जो नवजोत सिंह सिद्धू हर रोज़ तकरीबन अपनी ही सरकार ते ट्वीट पा रहे हैं और इस ते सवाल चुक रहे, तुसीं उन्हां बारे की कहंदे हो? देखो ਜਿਹੜੇ ट्वीट पाने मेरे ख्याल ਇਹ ठीक नहीं गे। सानू सामने प्रैस ਦੇ ਕੋਲ ਬੈਠ ਕੇ ਜਿਹੜੀ ਕੁਐਸਚਨ ਆਨਸਰਿੰਗ ਹੁੰਦੀ ਹੈ ਉਹਦੇ 'ਚ ਸਾਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਔਰ ਦੱਸਣਾ ਚਾਹੀਦਾ ਕਿ ਮੇਰੇ ਆ ਮੋਟੋ ਨੇ, ਆ ਮੈਂ ਕਰਨਾ ਚਾਹੁੰਦਾ ਤੇ ਜਿਹੜੀ ਹੈਗੀ ਆ। ਪਰ ਨਾਲ ਦੀ ਨਾਲ ਇਹ ਵੀ ਜਿਹੜਾ ਕਹਿਣਾ ਕਿ ਨਵਜੋਤ ਸਿੱਧੂ ਕਾਂਗਰਸ ਛੱਡੇਗਾ, ਮੇਰਾ ਖਿਆਲ ਉਹ ਕਾਂਗਰਸ ਨਹੀਂ ਛੱਡੇਗਾ ਔਰ ਛੱਡਣੀ ਵੀ ਨਹੀਂ ਚਾਹੀਦੀ ਕਿ ਪਹਿਲਾਂ ਕਾਂਗਰਸੀ ਸੀਗੇ, ਫਿਰ ਬੀਜੇਪੀ 'ਚ, ਫਿਰ ਕਾਂਗਰਸ 'ਚ ਆਏ। ਤੇ ਮੇਰਾ ਖਿਆਲ ਕਿ ਹੁਣ ਕਿਸੇ ਪਾਰਟੀ 'ਚ ਨਵਜੋਤ ਸਿੱਧੂ ਨਹੀਂ ਜਾਏਗਾ। ਇਹ ਮੇਰਾ ਆਪਣਾ ਵਾ ਕਿ ਮੇਰਾ ਮਨ ਕਹਿੰਦਾ, ਕਿਉਂਕਿ ਮੈਂ ਵੀ ਬਹੁਤ ਸਿੱਧੂ ਸਾਹਿਬ ਦੇ ਨਾਲ ਜਾਂ ਜਿਹੜੇ ਕੋਈ ਇੰਨਾ ਕਹਿ ਦੇ ਕਿ ਹਰ ਰੋਜ਼ ਮੇਲ ਜੋਲ ਜਿਹੜਾ ਹੋਇਆ ਨਹੀਂ, ਪਰ ਇੰਨਾ ਕੁ ਮੈਨੂੰ ਪਤਾ ਕਿ ਜਿਹੜਾ ਆਦਮੀ ਇਹ ਕਵੇ ਕਿ ਮੇਰੀ ਮਾਂ ਪਾਰਟੀ, ਆਪਣੀ ਮਾਂ ਨੂੰ ਕਦੀ ਕੋਈ ਧੋਖਾ ਨਹੀਂ ਦਿੰਦਾ। ਪਰ ਮਾਂ ਪਾਰਟੀ ਹੈ, ਬਟ ਜਿਸ ਤਰ੍ਹਾਂ खुले विच ट्वीट देना आपस में, मतलब गल नहीं हो रही है कि रिश्ते टूट गए। उस कैप्टन साहब ने कहता मेरे वालों तो दरवाज़ा बंद है, उन्होंने कहा फैसला हाईकमांड करेगा, मेरे वालों दरवाज़ा बंद है। सो और वो ना कांग्रेस पार्टी छड्डे ना हाईकमांड तो कोई कंट्रोल आ रहा है। सो हो की रहा बिकॉज ये तो हुण हाईकमांड ते कैप्टन साहब का अपना हैगा कि इन्ना दरवाज़ा बंद किया, हुण हाईकमांड क्लीयर करे कि दरवाज़ा बंद है कि दरवाज़ा खोलना है। तो मैं तो ये बारे पर ये कोई जो सारी मीटिंग कोई बगावत की गल नहीं आ रही है। बगावत की कोई गल नहीं, पर हाँ ये जरूर आ कि
ਸਾਡੇ ਮਨ 'ਚ ਡਰ ਜ਼ਰੂਰ ਪੈਦਾ ਹੋ ਗਿਆ ਕਿ ਲੋਕਾਂ ਦੇ ਕੋਲ ਕਿਸ ਮੂੰਹ ਨਾਲ ਜਾਵਾਂਗੇ, ਕੀ ਲੈ ਕੇ ਉਹਨਾਂ ਨੂੰ ਜਵਾਬ ਦੇਵਾਂਗੇ ਕਿ ਅਸੀਂ ਨਸ਼ਿਆਂ ਦਾ ਕੀ ਕੀਤਾ, ਅਸੀਂ ਇਹਦੇ 'ਚ ਲੋਕਾਂ ਨੂੰ 4.5 ਸਾਲ ਤੱਕ ਕਿਉਂ ਨਹੀਂ ਲੈ ਕੇ ਇਸ ਬਰਗਾੜੀ ਔਰ ਬਾਈਬਲ ਕਲਾਂ ਔਰ ਕੋਟਕਪੂਰਾ ਦੇ ਜਿਹੜੇ ਕੇਸ ਨੇ ਲੋਕੀ ਸਾਨੂੰ ਪੁੱਛਣ ਵੀ ਲੱਗ ਪਏ ਨੇ। ਅੱਜ ਤੋਂ 6 ਮਹੀਨੇ ਪਹਿਲਾਂ ਨਹੀਂ ਪੁੱਛਦੇ ਕਿ ਸਾਡਾ ਸਾਲ ਰਹਿੰਦਾ ਕਿ ਉਹਨਾਂ ਕੰਮ ਪਬਲਿਕ ਨੇ ਲੈਣੇ ਸੀ, ਹੁਣ ਸਾਡੇ ਵਰਕਰ ਵੀ ਪੁੱਛਣ ਲੱਗ ਗਏ ਨੇ ਕਿ ਜੀ ਕੀ ਜਵਾਬ ਦੇਈਏ। ਮੈਂ ਪ੍ਰਤਾਪ ਬਾਜਵਾ ਜੀ ਨਾਲ ਬੈਠੀ ਸੀ ਤਾਂ ਉਹਨਾਂ ਨੇ ਇੰਟਰਵਿਊ 'ਚ ਬੜਾ ਕਿਹਾ ਕਿ ਵੀ ਮੈਂ SIT ਦੇਣ ਨੂੰ, ਅਸੀਂ ਜੋ ਮਿਲ ਕੇ ਗੱਲਾਂ ਕਰ ਰਹੇ ਹਾਂ, SIT ਦੇਣ ਨੂੰ ਅਸੀਂ ਬਣਾਉਣ ਨੂੰ ਹਫਤਾ ਦਿੰਦੇ ਹਾਂ, SIT ਬਣ ਜਾਏ ਨਹੀਂ ਤਾਂ ਅਸੀਂ ਮਹੀਨਾ ਦਿੰਦੇ ਹਾਂ, ਮੈਕਸਿਮਮ 15 ਦਿਨ ਹੁੰਦੇ ਆ, ਉਸ ਤੋਂ ਬਾਅਦ ਅਸੀਂ ਚੁੱਪ ਨਹੀਂ ਰਵਾਂਗੇ। ਸੋ ਤੁਸੀਂ ਵੀ ਉਹਨਾਂ ਨਾਲ ਮਿਲੇ ਹੋ, ਕੋਈ ਇਹੋ ਜਿਹੀ ਗੱਲ? ਮੈਂ ਉਹਨਾਂ ਨਾਲ ਬਾਜਵਾ ਸਾਹਿਬ ਨਾਲ ਮੇਰੀ ਹੁੰਦੀ ਰਹਿੰਦੀ, ਅਸੀਂ ਮਿਲਦੇ ਰਹਿੰਦੇ ਹਾਂ, ਕਈ ਵਾਰ ਮਿਲੇ ਹਾਂ, ਕਈ ਟੈਲੀਫੋਨ 'ਤੇ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਔਰ ਮੇਰੇ ਜ਼ਿਲ੍ਹੇ ਦੇ ਵੀ ਨੇ, ਇਹ ਜਦੋਂ ਪ੍ਰੈਜ਼ੀਡੈਂਟ ਸੀ, ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀ, ਭਾਵੇਂ ਮੇਰੇ ਇਹਨਾਂ ਦੇ ਨਾਲ ਡਿਫਰੈਂਸਿਸ ਸੀਗੇ, ਪਰ ਜਿੱਥੇ ਕਾਂਗਰਸ ਦੀ ਗੱਲ ਆਉਂਦੀ ਸੀ ਔਰ ਮੈਂ ਹਮੇਸ਼ਾ ਹੀ ਤੇ ਉੱਥੇ ਕਾਂਗਰਸ ਦੀ ਮੈਂ ਗੱਲ ਕੀਤੀ ਆ। ਮੈਂ ਉਸ ਟਾਈਮ ਕੈਪਟਨ ਸਾਹਿਬ ਦੇ ਨਾਲ ਸੀ। ਕਿਉਂਕਿ ਇਹੋ ਜਿਹਾ ਅਲਟੀਮੇਟਮ ਨਹੀਂ ਗਿਆ ਹੋਇਆ CMO ਨੂੰ ਕਿ ਵੀ ਇਹ 1 ਮਹੀਨੇ ਵਿੱਚ ਮੈਂ ਇਹਦੇ 'ਚ ਮੈਂ ਥੋੜ੍ਹੀ ਜਿਹੀ ਹੋਰ ਗੱਲ ਕਰਨੀ ਚਾਹੁੰਦਾ ਕਿ ਜੋ ਹਾਈ ਕੋਰਟ ਨੇ ਡਿਸੀਜਨ ਦੇ ਦਿੱਤਾ, ਮੈਂ ਇਹ ਤੁਹਾਨੂੰ ਹੀ ਪੁੱਛ ਲੈਣਾ ਕਿ ਤੁਸੀਂ ਉਹਦੇ ਤੋਂ SIT ਬਾਹਰ ਜਾ ਸਕਦੀ ਆ। ਇੱਕ ਕਿਸਮ ਦੀ ਜੱਜਮੈਂਟ ਦੇ ਦਿੱਤੀ ਉਹਨੇ ਹਾਈ ਕੋਰਟ ਨੇ, ਅਤੇ ਹੁਣ ਬਹੁਤਾ ਕੁਝ ਉਹਦੇ 'ਚ ਕਹਿਣ ਦੀ ਹੈ ਹੀ ਨਹੀਂ ਸਾਡੇ ਕੋਲ। ਉਹਨੂੰ ਚੈਲੰਜ ਕਰਨਾ ਬੜਾ ਜ਼ਰੂਰੀ ਸੀਗਾ। ਇੱਥੇ ਜਿਹੜੇ ਉਹਨਾਂ ਕੋਲ ਲਾਅ ਆਫਿਸਰਸ ਬੈਠੇ ਨੇ, ਲੀਗਲ ਟੀਮ ਜਿਹੜੀ ਬੈਠੀ ਆ, ਉਹ ਦੱਸ ਸਕਦੇ। ਮੈਂ ਤੇ ਲਾਅ ਵੀ ਨਹੀਂ ਕੀਤਾ, ਮੈਂ ਤੇ ਸਿੰਪਲ ਥੋੜਾ ਮੋਟਾ ਪੜ੍ਹਿਆ ਲਿਖਿਆ। ਆਈ ਥਿੰਕ ਹੁਣ ਲਾਇਰਸ ਨੂੰ ਜਰਨਲਿਜ਼ਮ ਵਿੱਚ ਵੀ ਲਿਆਉਣਾ ਪਏਗਾ ਤਾਂ ਕਿ ਸਾਡੇ ਸਵਾਲ ਵੀ ਬਿਲਕੁਲ ਇਹ ਜਿਹੜੇ ਤੁਸੀਂ ਜਿਹੜੀ ਪਹਿਲਾ ਕੁਐਸਚਨ ਕੀਤਾ ਸੀ, ਇਹ ਕੈਪਟਨ ਸਾਹਿਬ ਨੂੰ ਇੱਕ ਲਾਇਰਸ ਦੀ ਟੀਮ ਬਣਾ ਕੇ ਪ੍ਰੈਸ ਕਾਨਫਰੰਸ ਕਰਾਉਣੀ ਚਾਹੀਦੀ ਹੈ ਕਿ ਆਹ ਇਹਦਾ ਲੀਗਲ ਪੁਆਇੰਟ ਨੇ, ਆਹ ਐਸਪੈਕਟ ਨੇ, ਇਹ ਸਾਡੇ ਅਗੇਂਸਟ ਨੇ, ਇਹ ਅਸੀਂ ਇਹ ਸਾਡੇ ਪੁਆਇੰਟ ਆ ਗਿਆ ਕਿ SITs ਔਰ ਜੋ ਕਾਰਵਾਈ ਹੋ ਤੇ ਹੁਣ ਲੀਗਲ ਟੀਮ ਇੱਕ ਹੋਰ ਜਾਂਚ ਕਰਕੇ ਦੱਸੇ ਕਿ ਗਲਤੀ ਐਕਚੁਅਲੀ ਹੋਈ, ਕਿਉਂਕਿ ਇੰਨੀ ਕਨਫਿਊਜ਼ਨ ਪੈਦਾ ਕਰ ਦਿੱਤੀ ਗਈ ਹੈ ਔਰ ਐਂਡ ਵਿੱਚ ਬਸ ਇੱਕੋ ਹੀ ਖੱਟਾ ਸਵਾਦ ਰਹਿੰਦਾ ਹੈ ਕਿ ਵੀ ਸਾਨੂੰ ਨਿਆਂ ਨਹੀਂ ਮਿਲਿਆ। ਬਿਕੋਜ਼ ਇਸ ਮੁੱਦੇ ਤੇ ਜਦ ਬੇਬਲ ਦੇ ਪਿੰਡ ਵੀ ਗਈ ਤਾਂ ਉਹ ਦਰਦ ਦੇਖ ਕੇ ਕਿ ਮਤਲਬ ਜਦ ਆਈ ਥਿੰਕ ਕੋਈ ਸਮਝ ਨਹੀਂ ਪਾ ਰਿਹਾ, ਮਤਲਬ ਕਈ ਵਾਰੀ ਕਿਸੇ ਗੱਲ ਤੋਂ ਆਉਂਦਾ ਕਿ ਵੀ ਜਦ ਆਪਣੀ ਪੰਜਾਬ ਪੁਲਿਸ ਸ਼ਾਂਤੀ ਤੇ ਬੈਠੇ ਹੋਏ ਲੋਕ ਆਪਣੇ ਪੰਜਾਬੀਆਂ ਤੇ ਗੋਲੀ ਮਾਰੇ, ਉਹ ਸੱਟ ਕਿੰਨੀ ਗਹਿਰੀ ਹੁੰਦੀ ਹੈ। ਇਹ ਵੇਖੋ, ਉਹਦੇ ਵਿੱਚ ਬੜਾ ਕਲੀਅਰ ਕੱਟ ਸੀਗਾ ਕਿ ਪੁਲਿਸ ਗੋਲੀਆਂ ਮਾਰ ਰਹੀ ਆ। ਬਹੁਤੀ ਕੋਈ ਇਨਕੁਆਇਰੀ ਕਰਨ ਦੀ ਲੋੜ ਹੀ ਨਹੀਂ ਸੀ ਕਿ ਜਿਸ ਨੇ ਆਰਡਰ ਦਿੱਤਾ, ਕਿੱਥੋਂ ਆਰਡਰ ਮਿਲਿਆ, ਕਿੰਨੇ ਗੋਲੀ ਚਲਾਈ। ਜਿਹੜੇ ਬੰਦੇ ਫੜ ਕੇ ਅੰਦਰ ਦੇ ਕੇ ਲੋਕਾਂ ਨੂੰ ਇਨਸਾਫ ਦੇ ਦੇਣਾ ਚਾਹੀਦਾ ਸੀ। ਇਹ ਤਾਂ ਬਹੁਤ ਵੱਡਾ ਨਹੀਂ। ਵੇਖੋ ਨਾ, ਆਪਾਂ ਜਦੋਂ ਪਿੰਡਾਂ 'ਚ ਕਤਲ ਹੁੰਦੇ ਆ, ਇਹਨੇ ਗੋਲੀ ਮਾਰੀ, A ਨੂੰ ਮਾਰੀ, B ਨੂੰ ਗੋਲੀ ਲੱਗੀ, ਉਹਦੀ ਡੈਥ ਹੋ ਗਈ, ਉਹ ਬੰਦਾ ਫੜਦੀ ਪੁਲਿਸ ਅੰਦਰ ਦਿੰਦੀ, ਹਾਈ ਕੋਰਟ ਜਾਂ ਕੋਰਟਾਂ ਜਿਹੜੀਆਂ ਨੂੰ ਸਜ਼ਾਵਾਂ ਦਿੰਦੀਆਂ, ਸੁਪਰੀਮ ਕੋਰਟ ਤੱਕ ਤੁਰੇ ਨੇ, ਸਜ਼ਾ ਚੱਲਦੀ ਨੇ। ਇੱਥੇ ਜਦੋਂ ਇਹ ਵੀ ਵੀਡੀਓ ਕੈਮਰੇ ਵੀਡੀਓਜ਼ ਚੱਲ ਰਹੀਆਂ ਨੇ, ਤਾਂ ਉੱਥੇ ਫਿਰ ਜੇ ਅਸੀਂ ਇਨਕੁਆਇਰੀਆਂ ਕਰੀ ਜਾਏ, ਉਹ ਤਾਂ ਮੇਰਾ ਖਿਆਲ ਕਿ ਉਹ ਕੋਈ ਲੌਜਿਕ ਉਹਦੇ 'ਚ ਹੈ ਨਹੀਂ। ਇਹ ਇਮੀਡੀਏਟਲੀ ਜਿਹੜੀ ਉੱਥੇ ਗੋਲੀਆਂ ਚੱਲੀਆਂ, ਉਹਨਾਂ ਦੀਆਂ ਵੀਡੀਓਜ਼ ਬਣੀਆਂ, ਲੋਕਾਂ ਨੇ ਸਟੇਟਮੈਂਟਾਂ ਦਿੱਤੀਆਂ। ਔਰ ਮੇਰਾ ਖਿਆਲ ਹੈ ਕਿ ਜਿਹੜਾ ਤੁਸੀਂ ਪਹਿਲੀ ਜਿਹੜੀ ਗੱਲ ਕੀਤੀ ਆ ਕਿ ਬਾਦਲ ਕੇ ਖੁਸ਼ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਇੰਨੇ ਸੀ, ਜਿਹੜੀ ਪਹਿਲੀ ਉਹਨਾਂ ਦੀ ਜਸਟਿਸ ਕੀ ਉਹਦਾ ਨਾਂ ਸੀਗਾ, ਜੋਰਾ ਸਿੰਘ, ਜਸਟਿਸ ਜੋਰਾ ਸਿੰਘ ਦੀ, ਉਹਦੀ ਤੇ ਰਿਪੋਰਟ ਲੈਣ ਲਈ ਨਹੀਂ ਕੋਈ ਤਿਆਰ ਹੋਇਆ। ਉਹਨਾਂ ਦਾ ਚੀਫ ਸੈਕਟਰੀ ਵੀ ਦਰਵਾਜ਼ਾ ਬੰਦ ਕਰਕੇ ਚਲਾ ਗਿਆ, ਤੇ ਉਹਨੂੰ ਹੀ ਲਾਗੂ ਕਰ ਦਿੰਦੇ। ਚਲੋ ਝੂਠੀ ਸੱਚੀ ਜੋ ਵੀ ਸੀ ਉਹਨੂੰ ਲਾਗੂ ਕਰਦੇ। ਕਹਿੰਦਾ ਅਸੀਂ ਕਹਿ ਦਿੰਦੇ ਕਿ ਚਲੋ ਅਕਾਲੀ ਦਲ ਥੋੜ੍ਹਾ ਬਹੁਤਾ ਸੀਰੀਅਸ ਸੀ ਉਹਦੇ ਬਾਰੇ। ਅਤੇ ਇਸ ਕਰਕੇ ਇਹਨਾਂ ਜਿਹੜੇ ਧਾਰਮਿਕ ਮੁੱਦੇ ਹੁੰਦੇ, ਆਪਾਂ ਦਸ਼ਮੇਸ਼ ਪਿਤਾ ਕਹਿੰਦੇ ਹਾਂ, ਦਸ਼ਮੇਸ਼ ਪਿਤਾ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ, ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਸੀ ਗੁਰੂ ਮਾਨਿਓ ਗ੍ਰੰਥ। ਅਤੇ ਉਹਦੇ ਬਾਅਦ ਤਾਂ ਕੋਈ ਗੱਲ ਹੀ ਨਹੀਂ ਰਹਿ ਗਿਆ ਕਿ ਜਿਹੜਾ ਆਪਣਾ ਗੁਰੂ ਆ, ਇਸ਼ਟ ਆ, ਅਤੇ ਜੇ ਅਸੀਂ ਉਹਦੇ ਲਈ ਪੋਲੀਟਿਕਸ ਕਰੀ ਸਕਦੇ, ਲਾਹਨਤ ਇਹੋ ਜਿਹੀ ਜ਼ਿੰਦਗੀ 'ਤੇ। ਅੱਛਾ, ਤੁਹਾਡੇ ਵਾਸਤੇ ਅੱਗੇ ਕੀ? ਸਾਡੇ ਲਈ ਮੈਂ ਵੇਖੋ ਜੀ, ਮੈਂ ਕਾਂਗਰਸੀ ਹਾਂ, ਪਰ ਜਿੱਥੇ ਅੱਜ ਗੱਲ ਚੱਲ ਰਹੀ ਕਿ ਤੁਹਾਡਾ ਜਿਹੜਾ ਅਸਤੀਫਾ ਫਾੜਿਆ ਨਹੀਂ ਗਿਆ, ਸ਼ਾਇਦ ਐਕਸੈਪਟ ਵੀ ਹੋ ਜਾਏ। ਤਾਂ ਮੈਂ ਇਹਦਾ ਮਤਲਬ ਮੈਂ ਫਾੜ ਲਈ ਦਿੱਤਾ ਸੀ, ਇਹਦਾ ਮਤਲਬ ਮੈਂ ਵੀ ਤਾਂ ਫਿਰ ਵੀ ਗੁਰੂ ਨਾਲ ਧੋਖਾ ਕਰਨ ਲਈ ਦੇ ਕੇ ਆਏ ਕਿ ਲਓ ਜੀ ਮੇਰਾ ਅਸਤੀਫਾ ਲੈ ਲਓ ਅਤੇ ਮੈਂ ਮਾਫੀ ਮੰਗਦਾ ਜੀ। ਅਤੇ ਇਸ ਕਰਕੇ ਜਿਹੜਾ ਦਿੱਤਾ ਉਹ ਤਾਂ CM ਦੀ ਮੈਂ ਦੇ ਆਇਆ ਸੀਗਾ ਜੀ। ਸੋ ਕੋਈ ਡਰ ਨਹੀਂ, ਕੋਈ ਬਗਾਵਤ ਨਹੀਂ। ਮੈਂ ਇੱਕ ਚੀਜ਼ ਤੁਹਾਨੂੰ ਨਿਮਰਤ ਜੀ ਦੱਸ ਦੇਣਾ ਚਾਹੁੰਦਾ, ਮੈਂ ਆਪਣੀ ਲਾਈਫ 'ਚ ਐਬਸੋਲੂਟ ਪਾਵਰ ਦੇਖੀ ਆ। ਮੈਂ ਆਪਣੀ ਲਾਈਫ 'ਚ ਮਾੜੇ ਦਿਨ ਵੀ ਦੇਖੇ ਨੇ। ਮੈਂ ਆਪਣੀ ਲਾਈਫ 'ਚ ਮੇਰੇ ਪਿਤਾ ਜੀ
ਪੋਲਿਟਿਕਸ ਦੇ ਵਿੱਚ ਬਹੁਤ ਉੱਚੀ ਥਾਂ ਤੇ ਸੀਗੇ ਤੇ ਟੈਰਰਿਜ਼ਮ 'ਚ ਅਸੀਂ ਲੋਕ ਕੇ ਦਿਨ ਵੀ ਕੱਢੇ ਨੇ ਕਿ ਅਸੀਂ ਬਾਹਰ ਨਹੀਂ ਸੀ ਨਿਕਲਦੇ। ਮੇਰੇ ਪਿਤਾ ਜੀ 2 ਵਾਰੀ PCC ਦੇ ਪ੍ਰੈਜ਼ੀਡੈਂਟ ਵੀ ਬਣ ਗਏ। ਮੇਰੇ ਫਾਦਰ ਕਾਂਗਰਸ ਦੇ ਵਿੱਚ ਬੜੇ ਕੱਦਵਾਰ ਨੇਤਾ ਸੀਗੇ ਜਿਨ੍ਹਾਂ ਦੀ ਗੱਲ ਸੁਣੀ ਜਾਂਦੀ। ਅੱਜ ਵੀ ਜੇ ਮੈਂ ਇੱਥੇ ਖੜ੍ਹਾ, ਮੈਂ ਆਪਣੇ ਫਾਦਰ ਦੀ ਬਦੌਲਤ ਖੜ੍ਹਾ। ਅੱਜ ਵੀ ਲੋਕ ਇਹ ਕਹਿੰਦੇ ਸੰਤੋਖ ਸਿੰਘ ਰੰਧਾਵੇ ਦਾ ਮੁੰਡਾ। ਬਹੁਤ ਘੱਟ ਲੋਕਾਂ ਨੂੰ ਮਾਣ ਪ੍ਰਾਪਤ ਹੁੰਦਾ। ਬੜੀ ਦੁਨੀਆ ਪੋਲਿਟਿਕਸ ਦੇ ਵਿੱਚ ਆਈ, ਲੀਡਰਾਂ ਦੇ ਨਾਂ ਖਤਮ ਹੋ ਜਾਂਦੇ ਨੇ ਤੇ ਅੱਜ ਵੀ ਮੈਂ ਉਹ ਚੀਜ਼ 'ਤੇ ਖੜ੍ਹਾ। ਤੇ ਜੇ ਕੋਈ ਇਹ ਕਵੇ ਮੈਂ 2-3 ਵਾਰੀ MLA ਬਣ ਗਿਆ, ਮੈਂ ਆਪਣੀ ਲਾਈਫ 'ਚ ਮਿਨਿਸਟਰ ਬਣ ਗਿਆ ਤੇ ਮੈਂ ਮਿਨਿਸਟਰੀ ਚਲਾ ਕੇ ਵੀ ਦੱਸ ਦਿੱਤੀ ਕਿ ਮੈਂ ਕੈਪੇਬਲ ਐਂ ਔਰ ਮੈਂ ਲੋਕਾਂ ਨੂੰ ਇੱਕ ਦੱਸਿਆ ਕਿ ਇਵੇਂ ਕੋਆਪਰੇਟਿਵ ਡਿਪਾਰਟਮੈਂਟ ਜਿਹੜਾ 10 ਸਾਲਾਂ 'ਚ ਬਾਦਲਾਂ ਨੇ ਖਤਮ ਕਰ ਦਿੱਤਾ ਸੀ, ਲੋਕ ਲਹਿਰ ਜਿਹਨੂੰ ਡਿਪਾਰਟਮੈਂਟ ਕਿਹਾ ਜਾਂਦਾ, ਮੈਂ ਡਿਪਾਰਟਮੈਂਟ ਨੂੰ ਲੀਹਾਂ 'ਤੇ ਖੜਾ ਕਰਤਾ। ਮੇਰੇ ਕੋਲ ਜੇਲ੍ਹ ਡਿਪਾਰਟਮੈਂਟ ਸੀ ਜਿਹਦੇ 'ਚ ਸਾਰੇ ਹੀ ਗੈਂਗਸਟਰ ਜਾਂ ਹੋਰ ਮੇਰੀ ਇਨਕੁਆਇਰੀ ਵੀ ਹੋਈ ਗੈਂਗਸਟਰ ਨੈਕਸਸ ਦੀ ਤੇ ਮੈਂ ਫਿਰ ਵੀ ਆਪਣੀ ਦੇਸ਼ ਭਗਤੀ 'ਤੇ ਉਂਗਲ ਨਹੀਂ ਖੜੀ ਹੋਣ ਦਿੱਤੀ ਕਿ ਮੈਂ ਪਹਿਲਾਂ ਹਿੰਦੁਸਤਾਨੀ ਹਾਂ ਤੇ ਬਾਅਦ 'ਚ ਮੈਂ ਕੋਈ ਹੋਰ ਚੀਜ਼ ਹੈ। ਮੈਂ ਗੁੰਡਿਆਂ ਨੂੰ ਨੱਥ ਪਾ ਕੇ ਜੇਲ੍ਹ 'ਚ ਰੱਖਿਆ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿੰਨੇ ਇਹਨਾਂ ਦੇ ਜੇਲ੍ਹ ਡਿਪਾਰਟਮੈਂਟ ਦੇ ਆਫਿਸਰ ਨੂੰ ਡਿਸਮਿਸ ਕੀਤਾ, ਇਹਨਾਂ ਦੀਆਂ ਸਜ਼ਾਵਾਂ ਦਿੱਤੀਆਂ। ਬੇਸ਼ੱਕ ਉਹਨਾਂ ਨੂੰ ਹਾਈ ਕੋਰਟ ਕੋਲੋਂ ਰਿਲੀਫ ਮਿਲ ਗਈ, ਸੁਖਜਿੰਦਰ ਸਿੰਘ ਰੰਧਾਵੇ ਦੀ ਕਲਮ ਤੋਂ ਇਹਨਾਂ ਕਰਪਟ ਬੰਦਿਆਂ ਨੂੰ ਰਿਲੀਫ ਨਹੀਂ ਸੀ ਮਿਲੀ। ਸੋ ਇਹ ਤੁਹਾਡੇ ਬਾਰੇ ਕੈਪਟਨ ਸਾਹਿਬ ਵੀ ਕਹਿੰਦੇ ਵੀ ਤੁਸੀਂ ਤਾਂ ਕਾਂਗਰਸ ਵਿੱਚ ਪੈਦਾ ਹੋਏ ਹੋ, ਸੋ ਇਹ ਗੱਲ ਹਮੇਸ਼ਾ ਆਉਂਦੀ ਤੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਹਿੰਦੇ ਕਿ ਉਹ PPC ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਨੇ ਜਾਂ ਉਹ ਹੋਮ ਮਿਨਿਸਟਰ ਬਣਨਾ ਚਾਹੁੰਦੇ ਹੋ। ਤੁਸੀਂ ਕੀ ਮੰਨਦੇ ਹੋ ਨਵਜੋਤ ਸਿੰਘ ਸਿੱਧੂ ਇਸ ਇਹਨਾਂ ਦਾ ਹੱਕ ਬਣਦਾ ਹੈ? ਵੇਖੋ ਇਹ ਤੇ ਬਾਰੇ ਨਾ ਮੈਂ PCC ਪ੍ਰੈਜ਼ੀਡੈਂਟ ਜਮਦਾ ਕੁਛ ਵੀ, ਇਹ ਕਾਂਗਰਸ ਹਾਈ ਕਮਾਂਡ ਨੇ ਕਰਨਾ। ਉਹਨਾਂ ਨੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਏਗਾ? ਮੇਰੇ ਵੱਲੋਂ ਤਾਂ ਕਦੀ ਵੀ ਕਿਸੇ ਨੂੰ ਇਤਰਾਜ਼ ਨਹੀਂ ਹੋਇਆ ਜੀ। ਕਾਂਗਰਸ ਦੇ ਵਿੱਚ ਅਕਾਲੀ ਦਲ 'ਚੋਂ ਆ ਕੇ ਬਣਦੇ ਰਹੇ ਨੇ। ਸਰਦਾਰ ਸਵਰਨ ਸਿੰਘ ਬੜੇ ਵੱਡੇ ਅਕਾਲੀ ਸੀਗੇ ਤੇ ਉਹ ਕਾਂਗਰਸ 'ਚ ਆ ਕੇ ਬਣੇ। ਸਰਦਾਰ ਬੂਟਾ ਸਿੰਘ ਪਹਿਲਾਂ ਅਕਾਲੀ ਦਲ ਸੀ, ਕਾਂਗਰਸ 'ਚ ਆ ਗਏ। ਤੇ ਇਸ ਕਰਕੇ ਕਦੀ ਵੀ ਇਹੋ ਜਿਹੀ ਚੀਜ਼, ਸਾਡੀ ਸੈਕੂਲਰ ਪਾਰਟੀ ਆ। ਇੱਥੇ ਸੁਰਜੀਤ ਸਿੰਘ ਮਜੀਠੀਆ, ਜਿਹੜਾ ਵਿਕਰਮ ਮਜੀਠੀਆ ਅੱਜ ਗੰਦੀਆਂ ਗਾਲਾਂ ਕੱਢਦਾ ਕਾਂਗਰਸ ਨੂੰ, ਇਹਦੇ ਗ੍ਰੈਂਡਫਾਦਰ ਕਾਂਗਰਸ ਦੇ ਵਿੱਚ ਹੁੰਦੇ ਸੀ। ਜਿਹੜਾ ਕਹਿੰਦਾ ਕਿ ਕਾਤਲਾਂ ਦੀ ਹੈਗੀ ਆ ਤੇ ਉਹਦੇ ਪਿਤਾ ਜੀ ਉਹਦੇ ਗ੍ਰੈਂਡਫਾਦਰ ਕਾਂਗਰਸ ਦੇ ਨੇ ਮਿਨਿਸਟਰ ਵੀ ਰਹੇ ਨੇ ਗਵਰਨਮੈਂਟ ਆਫ ਇੰਡੀਆ ਜੀ। ਇੰਦਰਾ ਗਾਂਧੀ ਜਿਹਨੂੰ ਉਹਨੇ ਮੇਰੇ ਖਿਆਲ ਇੰਨੀਆਂ ਗਾਲਾਂ ਦੋਨੇ ਭੈਣ ਭਰਾ ਕੱਢ ਜਾਂਦੇ ਨੇ ਤੇ ਉਹਨਾਂ ਦੇ ਮੇਰੇ ਖਿਆਲ ਦਾਦਾ ਜੀ ਨੂੰ ਵੀ ਨਾਲ ਹੀ ਜਾਂਦੀ ਹੋਣੀ ਉਹਨੇ ਜਿੰਨੀਆਂ ਇਸ ਕਾਂਗਰਸ ਨੂੰ ਗਾਲਾਂ ਕੱਢਦੇ ਨੇ। ਤਾਂ ਇਸ ਕਰਕੇ ਕਾਂਗਰਸ ਦੇ ਵਿੱਚ ਤੇ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਨੇ, ਕੋਈ ਆ ਕੇ ਕਿਤੇ ਵੀ ਬੈਠ ਸਕਦਾ। ਨਾਲੇ ਕਿਸਮਤ ਦੇ ਨਾਲ ਕਿਸੇ ਲੀਡਰ ਨਾਲ ਨਹੀਂ। ਹਾਂਜੀ, ਤੁਸੀਂ ਪਾਰਟੀ ਦੇ ਨਾਲ ਹੋ? ਮੈਂ ਪਾਰਟੀ ਦੇ ਨਾਲ, ਮੈਂ ਕਿਸੇ ਲੀਡਰ ਦੇ ਨਾਲ ਨਹੀਂ। ਮੇਰੇ ਲਈ ਤੇ ਕਾਂਗਰਸ ਆ, ਮੇਰੇ ਲਈ ਨਾ A ਨਾ B ਨਾ C। ਜਿਸ ਦਿਨ ਮੇਰੀ ਪਾਰਟੀ ਮੈਨੂੰ ਕਹੇਗੀ ਘਰ ਬੈਠ ਜਾ ਤੇ ਮੈਂ ਉਸੇ ਦਿਨ ਸਾਰੇ ਕੰਮ ਛੱਡ ਕੇ ਆਪਣੇ ਘਰ ਬੈਠਾਂਗਾ। ਸਰ ਆਖਰੀ ਸਵਾਲ ਤੇ ਆਉਂਦੀ ਹੈ, ਪ੍ਰਸ਼ਾਂਤ ਕਿਸ਼ੋਰ ਇੱਕ ਬੜਾ ਵੱਡਾ ਮੁੱਦਾ ਨਾਮ ਰੱਖਿਆ ਹੁੰਦਾ ਕਿ ਜੇ ਕਾਂਗਰਸ ਨੇ ਐਕਚੁਅਲੀ ਕੰਮ ਕੀਤਾ ਹੁੰਦਾ, ਸਾਨੂੰ ਸਰਕਾਰ ਨੂੰ ਇੱਕ ਪ੍ਰਚਾਰਕ ਦੀ ਲੋੜ ਪੈਂਦੀ? ਵੇਖੋ ਪ੍ਰਸ਼ਾਂਤ ਕਿਸ਼ੋਰ ਨੇ ਜੋ ਵੈਸਟ ਬੰਗਾਲ ਦੇ ਵਿੱਚ ਕੀਤਾ ਜਾਂ ਹੋਰਨਾਂ ਸਟੇਟਾਂ 'ਚ ਕੀਤਾ, ਮੇਰੇ ਖਿਆਲ ਤਮਿਲਨਾਡੂ ਵੀ ਉਹਦੇ ਕੋਲ ਹੀ ਸੀ, ਜੋ ਉਹਨੇ ਕੀਤਾ ਉਹ ਬੰਦਾ ਕੈਪੇਬਲ ਤੇ ਹੈ। ਜੋ ਉਹਨੇ ਪੰਜਾਬ ਦੇ ਵਿੱਚ ਕੀਤਾ ਉਹ ਕੈਪੇਬਿਲਿਟੀ ਤੇ ਕੋਈ ਕੁਐਸਚਨ ਮਾਰਕ ਨਹੀਂ ਆ ਸਕਦਾ। ਉਹਨੇ ਇੱਕ ਚੀਜ਼ ਕਹੀ, ਮੈਂ ਜਿਸ ਚੀਜ਼ ਤੋਂ ਦਿੱਤਾ, ਉਹਨੇ ਕਿਹਾ ਕਿ 100 ਨੂੰ ਟੱਚ ਨਹੀਂ ਕਰੇਗੀ BJP ਤੇ ਇੰਨੀ ਐਕੂਰੇਸੀ ਹੋਣੀ ਤੇ ਇੰਡੀਆ ਲਈ ਇਹੋ ਜਿਹੇ ਬੰਦਿਆਂ ਦੀ ਹੁਣ ਲੋੜ ਵੀ ਹੈਗੀ ਹੈ ਸਾਨੂੰ ਕਿ ਜਿਸ ਆਦਮੀ ਨੇ BJP ਨਾਲ ਸਿੱਧਾ ਖੜਾ ਹੋ ਕੇ ਪੰਗਾ ਲਿਆ ਔਰ ਮਮਤਾ ਬੈਨਰਜੀ ਦੇ ਨਾਲ ਖੜੇ ਹੋ ਕੇ ਪੰਜਾਬ ਦੇ ਵਿੱਚ ਸਾਨੂੰ ਜਿਤਾ ਕੇ, ਤੇ ਉਹ ਬੰਦੇ ਦੀ ਲੋੜ ਤੇ ਇਸ ਇੰਡੀਆ ਨੂੰ ਹੈਗੀ ਆ। ਜੋ ਇਸ ਦੌਰ 'ਚੋਂ ਅਸੀਂ ਨਿਕਲ ਰਹੇ, ਜੋ ਹਿੰਦੁਸਤਾਨ ਦੀ ਜੋ ਪੋਜੀਸ਼ਨ ਬਣ ਗਈ ਆ, ਜੋ ਵਰਲਡ ਦੇ ਵਿੱਚ ਸਾਡਾ ਮਜ਼ਾਕ ਉੱਡ ਰਿਹਾ, ਇਹ ਤੇ ਸਾਨੂੰ ਕਿਤੇ ਨਾ ਕਿਤੇ ਜਾ ਕੇ ਸਾਰੀਆਂ ਇਕੱਠੇ ਹੋ ਕੇ ਇਸ ਦੇਸ਼ ਬਾਰੇ ਸੋਚਣਾ ਪਏਗਾ। ਜਿਹੜੇ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਦਵਾਈ ਸੀ ਤੇ ਉਸ ਆਜ਼ਾਦੀ ਨੂੰ ਬਚਾਉਣ ਲਈ ਸਾਰੇ ਇਕੱਠੇ ਹੋਣਗੇ। ਪ੍ਰਸ਼ਾਂਤ ਕਿਸ਼ੋਰ ਬਾਰੇ ਇਹ ਵੀ ਕਿਹਾ ਜਾ ਰਿਹਾ ਹੁਣ ਸਰਕਾਰ ਵੱਲ ਨਹੀਂ ਆ ਰਿਹਾ, ਪਰ ਸ਼ਾਇਦ ਸਿਆਸਤ ਵਿੱਚ ਪੰਜਾਬ ਵਿੱਚ ਸ਼ਾਇਦ ਉਹਨਾਂ ਦਾ ਐਂਟਰੀ ਹੋਏ। ਕੋਈ ਵੇਖੋ ਮੇਰੇ ਨਾਲ ਤੇ ਕੋਈ ਉਹਨਾਂ ਦੀ ਗੱਲਬਾਤ ਨਹੀਂ ਹੋਈ ਔਰ ਮੈਂ ਵੀ ਤੁਹਾਡੇ ਵਾਂਗੂ ਇਹੋ ਹੀ ਪੜ੍ਹਦਾ ਕਿ ਉਹ ਕਹਿੰਦੇ ਕਿ ਮੈਂ ਇੱਥੇ ਨਹੀਂ ਆਵਾਂਗਾ, ਸਟ੍ਰੈਟਜਿਸਟ ਨਹੀਂ ਆਵਾਂਗਾ। ਤੇ ਤੁਸੀਂ ਜਿੱਦਾਂ ਕਿਹਾ ਇਵੇਂ ਤੁਹਾਡੀਆਂ ਅਖਬਾਰਾਂ 'ਚ ਹੀ ਪੜ੍ਹਦੇ ਆ, ਤੁਹਾਡੀ ਸਭ ਤੋਂ ਪਹਿਲਾਂ ਪੇਪਰ 'ਚ ਹੀ ਲੱਗੀ ਸੀ ਔਰ ਮੇਰਾ ਖਿਆਲ ਹੈ ਕਿ ਸਾਨੂੰ ਕੰਮ ਜੋ ਉਹ ਕਹਿ ਕੇ ਗਿਆ ਸੀ ਪ੍ਰਸ਼ਾਂਤ ਕਿਸ਼ੋਰ, ਜੋ ਮੁੱਦੇ ਉੱਠੇ ਸੀ ਉਹਨਾਂ ਮੁੱਦਿਆਂ ਨੂੰ ਅਜੇ ਟਾਈਮ ਹੈਗਾ ਸਾਨੂੰ ਪੂਰਾ ਕਰਨਾ ਚਾਹੀਦਾ।
ਜੀ ਸਰ, ਥੈਂਕ ਯੂ ਸਾਡੇ ਨਾਲ ਜੁੜਨ ਲਈ। ਰਿਪੋਰਟ ਕਾਰਡ ਜਿਵੇਂ ਤੁਸੀਂ ਕਹਿੰਦੇ ਹੋ ਰਿਪੋਰਟ ਕਾਰਡ ਜਾਣਾ ਹੈ, ਪਰ ਹਾਂ ਦਿਲ ਜ਼ਰੂਰ ਕਰਦਾ ਹੈ ਕਿ ਹੁਣ ਇਹ ਧਾਰਮਿਕ ਤੇ ਜਿਹੜੇ ਇਹੋ ਜਿਹੇ ਮੁੱਦੇ ਰਿਪੋਰਟ ਕਾਰਡ ਤੇ ਨਾ ਅਗਲੇ ਵਾਰੀ ਜਾਣ, ਅਗਲੀ ਵਾਰ ਉਹ ਡਿਵੈਲਪਮੈਂਟ ਦਾ ਮੁੱਦਾ ਜਾਏ। ਬਿਕੋਜ਼ ਅਸੀਂ ਦੇਖ ਲਿਆ ਜਿਵੇਂ ਸਾਡੀ ਸਿਹਤ ਸਹੂਲਤਾਂ ਦਾ ਹਾਲ ਹੈ, ਜਿਵੇਂ ਸਾਡੀ ਸਕੂਲਾਂ ਦਾ ਹਾਲ ਹੈ, ਸਾਨੂੰ ਉਹੋ ਜਿਹੇ ਮੁੱਦਿਆਂ ਤੇ ਆਉਣ, ਡਿਵੈਲਪਮੈਂਟ ਤਾਂ ਹੀ ਆਏਗੀ। ਸੋ ਜੇ ਡਿਵੈਲਪਮੈਂਟ ਵੱਲੋਂ ਤਾਂ ਮੈਂ ਤੁਹਾਨੂੰ ਨਿਮਰਾ ਜੀ ਇੱਕ ਚੀਜ਼ ਕਹਦਾ ਕਿ ਪਿੰਡਾਂ ਦੇ ਵਿੱਚ ਜਿਹੜੇ ਬਹੁਤ ਬੁਰੀ ਹਾਲਾਤ ਸੀਗੇ ਉਹ ਪਿੰਡਾਂ ਦੀ ਡਿਵੈਲਪਮੈਂਟ ਹੋਈ ਹੈ, ਪਰ ਨਾਲ ਦੀ ਨਾਲ ਜੋ ਆ ਕੋਵਿਡ ਕਰਕੇ ਹਿੰਦੁਸਤਾਨ ਦੀ ਮੈਡੀਕਲ ਸਿਸਟਮ ਦਾ ਜਲੂਸ ਨਿਕਲਿਆ, ਇਹਦੇ ਤੇ ਸਾਰੀਆਂ ਚੀਜ਼ਾਂ ਬੰਦ ਕਰਕੇ ਸਾਨੂੰ ਮੈਡੀਕਲ ਔਰ ਐਜੂਕੇਸ਼ਨ ਦੋਨਾਂ ਤੇ ਪੂਰੀ ਦੀ ਪੂਰੀ ਡਿਵੈਲਪਮੈਂਟ ਬਾਕੀ ਬੰਦ ਕਰ ਦੇਣੀ ਚਾਹੀਦੀ ਹੈ। ਇਹਨਾਂ ਦੋਨਾਂ ਚੀਜ਼ਾਂ ਦੇ ਕਰਨਾ ਚਾਹੀਦਾ ਕਿ ਸਾਨੂੰ ਅਸੀਂ ਇਸ ਚੀਜ਼ ਤੋਂ ਰੋ ਰਹੇ ਹਾਂ ਕਿ ਜਿਹੜੀ ਸਾਨੂੰ ਫ੍ਰੀ 'ਚ ਆਕਸੀਜਨ ਮਿਲ ਰਹੀ ਆ ਤੇ ਅਸੀਂ ਕਹਿੰਦੇ ਸਾਨੂੰ ਆਕਸੀਜਨ ਚਾਹੀਦੀ ਆ, ਸਾਨੂੰ ਕਿੱਥੋਂ ਮਿਲੇਗੀ? ਤੇ ਸਾਡੀ ਕੰਟਰੀ 'ਚ ਆਕਸੀਜਨ ਪੈਦਾ ਨਹੀਂ ਕਰ ਸਕਦੀ। ਪ੍ਰਾਈਮ ਮਿਨਿਸਟਰ ਸਾਹਿਬ ਦਿਲ ਕੀ ਬਾਤ ਜੇ ਕਰਦੇ ਤਾਂ ਉਹਨਾਂ ਨੂੰ ਮਨ ਕੀ ਬਾਤ ਦੇ ਵਿੱਚ ਉਹਨੂੰ ਵੀ ਆਕਸੀਜਨ ਜੋ ਦਿੰਦੇ ਤਾਂ ਹੀ ਹੁੰਦਾ, ਜੇ ਇੱਕ ਅੱਧਾ ਸੈਕਿੰਡ ਵੀ ਆਕਸੀਜਨ ਉਹਨਾਂ ਨੂੰ ਨਾ ਮਿਲੇ ਤੇ ਉਹ ਮਨ ਕੀ ਬਾਤ ਨਹੀਂ ਕਰ ਸਕਦੇ। ਤੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਰਾ ਕੁਝ ਭੁੱਲ ਕੇ ਸਾਨੂੰ ਉੱਪਰ ਜਾ ਕੇ ਸਾਨੂੰ ਹੁਣ ਹਿੰਦੁਸਤਾਨ ਦੀ ਹੈਲਥ ਜਿਹੜੀ ਆ ਜਿਹੜਾ ਹੈਲਥ ਡਿਪਾਰਟਮੈਂਟ ਆ ਇਹਦੇ 'ਚ ਧਿਆਨ ਦੇਣਾ ਚਾਹੀਦਾ। ਇਹਦੇ 'ਚ ਬਲੇਮ ਗੇਮ ਹੁਣ ਛੱਡ ਕੇ ਕਿ ਕਿਹੜੀ ਸਟੇਟ ਕੀ ਕਰਦੀ ਹੈ, ਇਹ ਜੇ ਮੈਂ ਕਹਾਂਗਾ ਕਿ ਅੱਜ ਵੀ ਜੇ ਕਿਤੇ ਇਹਦੀ ਗਲਤੀ ਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਲਤੀ ਆ ਕਿ ਇਹਨੇ 8 ਫੇਜ਼ ਦੇ ਵਿੱਚ ਮਹਾਰਾਸ਼ਟਰ ਦੀ ਇਲੈਕਸ਼ਨ ਕਰਾਉਣੀ, ਔਰ 2 ਫੇਜ਼ 'ਚ ਵੀ ਹੋ ਸਕਦੀ, ਹਮੇਸ਼ਾ ਹੁੰਦੀ ਰਹੀ 2 ਫੇਜ਼ ਦੇ ਵਿੱਚ ਹੁੰਦੀ। ਅਤੇ ਜਿਸ ਵੇਲੇ ਮੈਂ ਉਹਨਾਂ ਦੀ ਧਾਰਮਿਕ ਆਸਥਾ ਜ਼ਰੂਰ ਹੈ ਲੋਕਾਂ ਦੀ, ਪਰ ਲੋਕ ਸਮਝਦੇ ਨੇ। ਸਾਡੇ ਵੀ ਜਦੋਂ ਆਏ ਨੇ ਸ਼ਤਾਬਦੀਆਂ ਚੱਲ ਰਹੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਅਪੀਲ ਕੀਤੀ ਕਿ ਥੋੜ੍ਹੇ ਆਓ, ਅਤੇ ਲੋਕਾਂ ਨੇ ਉਸ ਵੇਲੇ ਸੰਕੋਚ ਕੀਤਾ। ਅਤੇ ਜੇ ਕਿਤੇ ਉਹ ਇਸ਼ਨਾਨ ਨਾ ਜਿੱਥੇ ਨਹੀਂ 10,000 ਕਰੋੜ ਕਹਿੰਦੇ ਆ ਗਏ, ਅਤੇ ਉਹਦੇ ਬਾਅਦ ਇਹ ਜਿਹੜੀ ਵਧੀ ਆ ਇਹਦੇ 'ਚ ਤੇ ਹੁਣ ਸਾਨੂੰ ਪਰਮਾਤਮਾ ਹੀ ਕਿਤੇ ਅਵਤਾਰ ਧਾਰਨਗੇ ਅਤੇ ਨਰਿੰਦਰ ਮੋਦੀ ਹੋਣਾ ਕੋਲੋਂ ਛੁਟਕਾਰਾ ਦਿਵਾਉਣਗੇ। ਸਰ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।